सत श्री अकाल। हमदर्द टीवी के सारे दर्शकों का स्वागत है प्रोग्राम इमीग्रेशन मैटर्स ਦੇ ਵਿੱਚ। मैं हरजीत कौर हाजिर ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਸ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਇਸ ਵਕਤ ਜੋ ਤਾਜ਼ਾ ਅਪਡੇਟ ਆਈ ਹੈ ਉਹਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਕੁਝ ਨਵੀਆਂ ਜਿਹੜੀਆਂ ਇਸ ਵਕਤ ਕੁਐਸਚਨਸ ਜੋ ਕੁਐਰੀਜ਼ ਜਿਹੜੀਆਂ ਨੇ ਉਹ ਇਸ ਵਕਤ ਜਿਹੜੀਆਂ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਆ ਰਹੀਆਂ ਨੇ। ਸੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵੀ ਦਵਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡੀ ਕੋਈ ਵੀ ਇਸ ਵਕਤ ਤੁਹਾਡਾ ਕੋਈ ਵੀ ਜ਼ਿਹਨ ਦੇ ਵਿੱਚ ਸਵਾਲ ਹੈਗਾ, ਸਾਨੂੰ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਹੁਣ ਤੱਕ ਜੋ ਨਵੀਂ ਅਪਡੇਸ਼ਨ ਆਈ ਹੈ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ ਸਰ। ਆਪਣੇ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਖਾਸ ਤੌਰ ਤੇ ਟਿਕਟਸ ਬੁੱਕ ਕਰਵਾ ਰਹੇ ਨੇ ਜੀ। ਨੌਲੇਜ ਪੂਰੀ ਲੈ ਨਹੀਂ ਰਹੇ ਹੈਗੇ ਤੇ ਅਧੂਰੀ ਨੌਲੇਜ ਦੇ ਨਾਲ ਇੱਥੇ 에어ਪੋਰਟ ਤੇ ਲੈਂਡ ਕਰ ਰਹੇ ਨੇ ਤੇ ਇੱਥੋਂ ਵਾਪਸ ਉਹਨਾਂ ਨੂੰ ਭੇਜਿਆ ਜਾ ਰਿਹਾ। ਰੀਸੈਂਟਲੀ ਇੱਕ ਨਿਊਜ਼ ਆਈ ਹੈ ਕਿ ਜਿਹਦੇ ਵਿੱਚ ਘੱਟੋ ਘੱਟ 12 ਇੰਟਰਨੈਸ਼ਨਲ ਸਟੂਡੈਂਟ ਸਪੈਸ਼ਲੀ ਪੰਜਾਬੀ 에어ਪੋਰਟ ਤੇ ਆਏ, ਪੀਅਰਸਨ 에어ਪੋਰਟ ਤੋਂ ਉਹਨਾਂ ਨੂੰ ਵਾਪਸ ਭੇਜਿਆ ਗਿਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤਿਆਂ ਵਿੱਚੋਂ ਕਹਿੰਦੇ ਕਈ ਕੁਐਸਚਨਸ ਤਾਂ ਇਹ ਜਿਹੇ ਸੀਗੇ ਜਿਨ੍ਹਾਂ ਦੇ ਉਹ ਜਵਾਬ ਨਹੀਂ ਦੇ ਪਾ ਰਹੇ ਸੀਗੇ, ਉਹਨਾਂ ਨੂੰ ਇੰਗਲਿਸ਼ 'ਚ ਕਨਵਰਸੇਸ਼ਨ ਕਰਨੀ ਨਹੀਂ ਆ ਰਹੀ ਸੀ ਤੇ ਜਿਹੜੇ ਆਫਿਸਰ ਸੀ ਉਹ ਹੈਰਾਨ ਸੀ ਕਿ 6.5 ਕਿਸੇ ਦੇ 7 ਬੈਂਡ ਨੇ ਤੇ ਉਹਨਾਂ ਤੋਂ ਇੰਗਲਿਸ਼ 'ਚ ਕਨਵਰਸੇਸ਼ਨ ਨਹੀਂ ਹੋ ਪਾ ਰਹੀ। ਇਹ ਬਹੁਤ ਵਾਰ ਪ੍ਰੋਬਲਮ ਆਉਂਦੀ ਹੈ ਤਰ ਜਿਹੜੀ ਕਨਵਰਸੇਸ਼ਨ ਵਾਲੀ ਹੁੰਦੀ ਹੈ ਜੀ। ਇੱਕ ਤਾਂ ਐਕਸੈਂਟ ਦਾ ਜਿਹੜਾ ਫਰਕ ਹੈਗਾ, ਸੋ ਜਿਹੜਾ ਅੰਗਰੇਜ਼ੀ ਬੋਲਣ ਦਾ ਤਰੀਕਾ ਹੈਗਾ ਉਹ ਇੰਡੀਆ 'ਚ ਡਿਫਰੈਂਟ ਹੈ, ਕੈਨੇਡਾ ਦੇ ਵਿੱਚੋਂ ਉਹ ਡਿਫਰੈਂਟ ਹੈਗਾ। ਤੇ ਦੂਜਾ ਜਿਹੜਾ ਆਪਣਾ ਹੱਕ ਹੈ ਉਹਦੀ ਵਰਤੋਂ ਕਰਨੀ ਬਹੁਤ ਜ਼ਰੂਰੀ। ਜੇ ਤੁਹਾਨੂੰ ਉਹਦਾ ਸਵਾਲ ਸਮਝ ਨਹੀਂ ਆ ਰਿਹਾ, ਤੁਸੀਂ ਆਖੋ ਮੈਨੂੰ ਤੇਰਾ ਸਵਾਲ ਸਮਝ ਨਹੀਂ ਆਇਆ। ਉਹ ਸਵਾਲ ਕਰਨ ਵਾਲੇ ਦੀ ਜ਼ਿੰਮੇਵਾਰੀ ਹੈ ਕਿ ਉਹ ਤੁਹਾਨੂੰ ਸਵਾਲ ਸਮਝਾ ਸਕੇ। ਹਾਂ, ਜੇ ਤੁਸੀਂ ਉਹ ਬਿਨਾਂ ਸਵਾਲ ਸਮਝੇ ਤੇ ਉਹਦਾ ਜਵਾਬ ਕੋਈ ਦਿੰਦੇ ਹੋ ਤਾਂ ਉਹ ਤੁਹਾਡੇ ਹੱਕ ਜਾਂ ਤੁਹਾਡੇ ਖਿਲਾਫ ਵਰਤਿਆ ਜਾ ਸਕਦਾ ਹੈਗਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਉਹਦੀ ਭਾਸ਼ਾ ਦੇ ਵਿੱਚੋਂ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਕਰ ਸਕਦੇ ਹੋ ਕਿ ਮੈਨੂੰ ਪੰਜਾਬੀ ਬੋਲਣ ਵਾਲਾ ਆਫਿਸਰ ਹੈ ਜਿਹੜਾ ਉਹ ਚਾਹੀਦਾ ਹੈਗਾ ਤਾਂ ਕਿ ਉਹਦੇ ਨਾਲ ਤੁਸੀਂ ਸਹੀ ਕਨਵਰਸੇਸ਼ਨ ਕਰ ਸਕੋ। ਪਰ ਇਹ ਹੋ ਸਕਦਾ ਕਿ ਤੁਸੀਂ ਪੰਜਾਬੀ ਕਨਵਰਸੇਸ਼ਨ ਵਾਲਾ ਉਸ ਵਕਤ ਡਿਮਾਂਡ ਕਰ ਸਕਦੇ ਹੋ, ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਜੇ ਤੁਸੀਂ ਇੰਗਲਿਸ਼ ਵਿੱਚ ਆਨਸਰਸ ਦੇਂਦੇ ਤੁਸੀਂ ਸਮਰੱਥ ਨਹੀਂ ਹੈਗੇ ਤਾਂ ਇਟ ਮੀਨਸ ਕਿ ਤੁਹਾਡੇ ਆਇਲਸ ਦੇ ਬੈਂਡਸ ਦੇ ਉੱਤੇ ਵੀ ਉਹ ਸ਼ੱਕ ਪ੍ਰਗਟ ਕਰ ਸਕਦੇ ਆ। ਪੰਜਾਬੀ ਬੋਲਣ ਵਾਲੇ ਤੋਂ ਮੇਰਾ ਮਤਲਬ ਇਹ ਨਹੀਂ ਸੀ ਕਿ ਉਹ ਪੰਜਾਬੀ ਬੋਲਦਾ ਹੋਵੇ, ਉਹ ਪੰਜਾਬੀ ਬੈਕਗ੍ਰਾਉਂਡ ਤੋਂ ਹੋਵੇ ਤਾਂ ਕਿ ਉਹਨੂੰ ਤੁਹਾਡਾ ਕਲਚਰਲ ਕੰਟੈਕਸਟ ਹੈ ਜਿਹੜਾ ਉਹ ਸਮਝ ਆ ਸਕੇ। ਜਵਾਬ ਤੁਸੀਂ ਬਿਲਕੁਲ ਅੰਗਰੇਜ਼ੀ 'ਚ ਹੀ ਦੇਣੇ ਆ। ਜੇ ਤੁਸੀਂ ਪੜ੍ਹਾਈ ਕਰਨ ਆਏ ਹੋ ਤਾਂ ਤੁਹਾਡੀ ਇਹ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਇੰਗਲਿਸ਼ ਕਨਵਰਸੇਸ਼ਨ ਹੋਣਾ ਜ਼ਰੂਰੀ ਹੈ। ਇਹਦੇ ਪਿੱਛੇ ਇੱਕ ਕਾਰਨ ਹੈਗਾ ਕਿ ਬਿਨਾਂ ਅੰਗਰੇਜ਼ੀ ਜਿਹੜੇ ਨਾ ਜਾਣਕਾਰ ਵਾਲੇ ਲੋਕ ਸਟੂਡੈਂਟ ਕਿਵੇਂ ਆ ਜਾਂਦੇ ਨੇ ਜੀ। ਇੱਕ ਸਬਜੈਕਟ ਹੈਗਾ ਜਿਹਨੂੰ ਪ੍ਰੀ ਰੈਕੁਇਜ਼ਿਟ ਹੁੰਦੇ ਆ ਕਿ ਉਹਨੇ ESL ਅੰਗਰੇਜ਼ੀ ਕਲਾਸ ਪਹਿਲਾਂ ਪੜ੍ਹਨੀ ਹੈਗੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਰੈਗੂਲਰ ਜਾਊਗਾ। ਸੋ ਯੂਨੀਵਰਸਿਟੀਜ਼ ਨੇ ਜਿਹੜੀਆਂ ਉਹ ਆਮ ਤੌਰ ਤੇ ਇਹੋ ਜਿਹੇ ਕੋਰਸਿਸ ਆਫਰ ਕਰਦੀਆਂ ਨੇ ਕਿ ਜਿੱਥੇ ਜੇ 50 ਸਾਲਾਂ ਦਾ ਕੋਰਸ ਹੈ ਤੇ ਉਹਦੇ ਵਿੱਚ 2 ਸਾਲ ਪਹਿਲਾਂ ਉਹ ਅੰਗਰੇਜ਼ੀ ਪੜ੍ਹੂਗਾ, ਉਸ ਤੋਂ ਬਾਅਦ ਉਹ ਫਿਰ ਰੈਗੂਲਰ ਕੋਰਸ ਦੇ ਵਿੱਚ ਜਾਊਗਾ। ਸੋ ਜਿਹੜੇ ਇੰਡੀਵਿਜੂਅਲਸ ਨੂੰ ਅੰਗਰੇਜ਼ੀ 'ਚੋਂ ਘੱਟ ਨੰਬਰ ਨੇ ਜਾਂ ਉਹਨਾਂ ਨੂੰ ਅੰਗਰੇਜ਼ੀ 'ਚ ਘੱਟ ਆਉਂਦੀ ਹੈ, ਉਹਨਾਂ ਨੂੰ ਯੂਨੀਵਰਸਿਟੀ ਦੇ ਏਜੰਟ ਇਹੋ ਜਿਹੇ ਜਿਹੜੇ ਯੂਨੀਵਰਸਿਟੀ ਨੇ ਉਹ 'ਚ ਐਡਮਿਸ਼ਨ ਕਰਾਉਂਦੇ ਨੇ ਕੋਰਸ 'ਚੋਂ। ਜਿੱਥੇ ਕਿ 5 ਸਾਲ ਦਾ ਕੋਰਸ ਹੈ, 2 ਸਾਲ ਉਹਨੇ ਅੰਗਰੇਜ਼ੀ ਪੜ੍ਹੀ, 3 ਸਾਲ ਉਹ ਦੂਜਾ ਪੜੂਗਾ ਤੇ ਇਮੀਗ੍ਰੇਸ਼ਨ ਉਹਨੂੰ ਵੀਜ਼ਾ ਦੇ ਦਿੰਦੀ ਹੈ ਕਿਉਂਕਿ ਯੂਨੀਵਰਸਿਟੀ ਪੜ੍ਹਨ ਜਾ ਰਿਹਾ, ਉਹਨੇ ਪ੍ਰੀ ਰਿਕੁਇਜ਼ਿਟ ਹੈ ਜਿਹੜਾ ਉਹ ਪੂਰਾ ਕਰਨਾ ਹੈਗਾ। ਤੇ ਦੂਜਾ ਜਿਹੜਾ ਵੀਜ਼ਾ ਹੈਗਾ ਉਹ ਤੁਹਾਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕੈਨੇਡਾ ਦੇ ਅੰਦਰ ਰਹਿ ਕੇ ਪੜ੍ਹ ਸਕਦੇ ਹੋ। ਜਿਹੜਾ ਵੀਜ਼ਾ ਹੈਗਾ ਉਹਦਾ ਜਿਹੜਾ ਡੈਫੀਨੇਸ਼ਨ ਹੈਗਾ ਉਹ ਹੈਗਾ ਇਟਸ ਐਨ ਇਨਵੀਟੇਸ਼ਨ ਟੂ ਦ ਪੋਰਟ ਆਫ ਐਂਟਰੀ। ਉਹ ਮਤਲਬ ਕੈਨੇਡਾ ਦੇ ਦਰਵਾਜ਼ੇ ਤੱਕ ਆਉਣ ਦੀ ਇਜਾਜ਼ਤ ਹੈਗੀ ਹੈ। ਸੋ ਜਦੋਂ ਉਹ ਇੱਕ ਜਹਾਜ਼ ਕੰਪਨੀ ਨੂੰ ਵੀ ਇਜਾਜ਼ਤ ਹੈ ਕਿ ਉਹ ਬੰਦੇ ਨੂੰ ਪੋਰਟ ਤੋਂ ਬਿਠਾ ਕੇ ਤੇ ਕੈਨੇਡਾ ਦੇ ਦਰਵਾਜ਼ੇ ਤੱਕ ਲੈ ਆਵੇ, ਉਸ ਤੋਂ ਬਾਅਦ ਉਹਦਾ ਕੋਈ ਮਤਲਬ ਨਹੀਂ ਹੈਗਾ। ਸੋ ਜੇ ਕਿਸੇ ਨੂੰ ਸਟੂਡੈਂਟ ਵੀਜ਼ਾ ਮਿਲਦਾ ਹੈ, ਸੋ ਵੀਜ਼ੇ ਦਾ ਮਤਲਬ ਇਹ ਨਹੀਂ ਕਿ ਉਹ ਕੈਨੇਡਾ ਦੇ ਅੰਦਰ ਆ ਕੇ ਪੜ੍ਹ ਸਕਦੇ ਆ। ਵੀਜ਼ੇ ਦਾ ਮਤਲਬ ਉਹ ਕੈਨੇਡਾ ਦੇ ਦਰਵਾਜ਼ੇ ਤੱਕ ਪਹੁੰਚ ਸਕਦੇ ਆ। ਉਹਦੇ ਨਾਲ ਨਾਲ ਉਹਨਾਂ ਨੂੰ ਲੈਟਰ ਆਫ ਇੰਟਰੋਡਕਸ਼ਨ ਮਿਲਦਾ ਹੈਗਾ ਜਿਹੜਾ ਕਿ ਉਹਨਾਂ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆਫਿਸਰ ਨੂੰ ਦਿਖਾਉਣਾ ਹੈ। ਉਹ ਆਫਿਸਰ ਦਾ ਮੈਂਡੇਟ ਹੈ ਕਿ ਜਿਹੜਾ ਬੰਦਾ ਕਾਨੂੰਨ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਦਾ ਉਹਨੂੰ ਪਰਮਿਟ ਇਸ਼ੂ ਕਰਿਆ ਜਾਵੇ। ਸੋ ਸਟੂਡੈਂਟ ਦੇ ਕੇਸ 'ਚ ਉਹ ਸਟੱਡੀ ਪਰਮਿਟ ਹੋਊਗਾ। ਸੋ ਸਟੱਡੀ ਵੀਜ਼ਾ ਨਹੀਂ ਤੁਹਾਨੂੰ ਅਲਾਉ ਕਰਦਾ ਪੜ੍ਹਨ ਲਈ, ਸਟੱਡੀ ਪਰਮਿਟ ਅਲਾਉ ਕਰਦਾ। ਸੋ ਜਦੋਂ ਤੁਹਾਨੂੰ ਪਰਮਿਟ ਮਿਲ ਜੂਗਾ ਉਸ ਤੋਂ ਬਾਅਦ ਤੁਸੀਂ ਆਪਣੀ ਪੜ੍ਹਾਈ ਹੈ ਜਿਹੜੀ ਚਾਲੂ ਕਰ ਦੋਗੇ। ਹੁਣ ਉੱਥੇ ਜਿਹੜਾ ਆਫਿਸਰ ਹੈ ਉਹਨੇ ਫੋਲੋਇੰਗ ਕੰਡੀਸ਼ਨਸ ਨੇ ਜਿਹੜੀਆਂ ਉਹ ਦੇਖਣੀਆਂ ਨੇ। ਸਭ ਤੋਂ ਪਹਿਲਾਂ ਤਾਂ ਉਹਨੇ ਦੇਖਣਾ ਹੈ ਕਿ ਤੁਸੀਂ ਜਿਹੜੀ ਸੈਕਸ਼ਨ 219 ਦੀ ਰਿਕੁਆਇਰਮੈਂਟ ਹੈ ਕਿ ਤੁਹਾਡਾ ਯੂਨੀਵਰਸਿਟੀ 'ਚ ਐਡਮਿਸ਼ਨ, ਕਾਲਜ 'ਚ ਐਡਮਿਸ਼ਨ ਹੈਗਾ, ਕੀ ਤੁਸੀਂ ਫੀ ਜਮ੍ਹਾਂ ਕਰਾ ਚੁੱਕੇ ਹੋ, ਕੀ ਤੁਸੀਂ ਬਿਨਾਂ ਕੰਮ ਕਰੇ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਅਫੋਰਡ ਕਰ ਸਕਦੇ ਹੋ, ਆਪਣੇ ਆਪ ਨੂੰ ਕੰਡਕਟ ਕਰ ਸਕਦੇ ਹੋ, ਆਪਣਾ ਨਿਰਵਾਹ ਕਰ ਸਕਦੇ ਹੋ। ਤੇ ਇਸੇ ਮੁੱਦੇ ਦੇ ਉੱਤੇ ਉਹਨੂੰ ਤੁਹਾਨੂੰ ਸਵਾਲ ਜਵਾਬ ਕਰਨੇ ਨੇ। ਉਹ ਜਿਹੜੀ ਜਾਣਕਾਰੀ ਤੋਂ ਲਈ ਜਾ ਰਹੀ ਹੈਗੀ ਹੈ
ਉਸ ਸਮੇਂ ਤੁਸੀਂ ਇੱਕ ਅਰਜ਼ੀ ਕਰ ਰਹੇ ਹੋ, ਉਹ ਅਰਜ਼ੀ ਹੈਗੀ ਹੈ ਟੂ ਐਂਟਰ ਐਂਡ ਸਟੱਡੀ ਇਨ ਕੈਨੇਡਾ। ਸੋ ਉਹ ਅਰਜ਼ੀ ਦੇ ਉੱਤੇ ਜਿਹੜਾ ਮੂੰਹ ਜ਼ਬਾਨੀ ਅਰਜ਼ੀ ਆ ਉਹ, ਤੇ ਉਹਦੇ ਵਿੱਚ ਤੁਹਾਨੂੰ ਸਵਾਲ ਪੁੱਛੇ ਜਾ ਰਹੇ ਨੇ, ਤੁਸੀਂ ਉਹਨਾਂ ਦੇ ਜਵਾਬ ਦੇ ਰਹੇ ਹੋ। ਜੇ ਉਹ ਤੁਸੀਂ ਜਵਾਬ ਸਹੀ ਤਰ੍ਹਾਂ ਨਹੀਂ ਦਿੱਤੇ ਤਾਂ ਤੁਹਾਡੇ ਕੋਲ ਸਟੱਡੀ ਵੀਜ਼ਾ ਤਾਂ ਹੈਗਾ, ਪਰ ਤੁਹਾਨੂੰ ਪਰਮਿਟ ਹੈ ਜਿਹੜਾ ਉਹ ਇਸ਼ੂ ਨਹੀਂ ਕੀਤਾ ਜਾਊਗਾ। ਸੋ ਸਟੱਡੀ ਵੀਜ਼ਾ ਮਿਲਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੈਨੇਡਾ ਦੇ ਅੰਦਰ ਆ ਕੇ ਪੜ੍ਹਨ ਦੀ ਇਜਾਜ਼ਤ ਆ, ਉਹ ਸਿਰਫ ਕੈਨੇਡਾ ਦੇ ਦਰਵਾਜ਼ੇ ਤੱਕ ਆਉਣ ਦੀ ਇਜਾਜ਼ਤ ਹੈ। ਜੀ ਬਿਲਕੁਲ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਵਿਨੀਪੈਗ ਤੋਂ ਬੋਲ ਰਿਹਾ ਜੀ। ਜੀ ਸਰ, ਦੱਸੋ ਕੀ ਸਵਾਲ ਹੈ? ਅੱਛਾ, ਸਵਾਲ ਇਹ ਹੈ ਕਿ ਮੈਂ ਚਰਚ ਦੇ ਵਿੱਚ ਵਾਲੰਟੀਅਰ ਲਈ ਕੰਮ ਕਰ ਰਿਹਾ ਹਾਂ 2014 ਤੇ ਮੈਂ ਪੇਮੈਂਟ ਨਹੀਂ ਕੋਈ ਤੇ ਵਾਲੰਟੀਅਰ ਲਈ ਕੰਮ ਕਰ ਰਿਹਾ ਜੀ। ਕੀ ਆਇਆ, ਮੈਂ ਸਿਰਫ ਚਰਚ ਕੋਲ ਲੈਟਰ ਲੈ ਕੇ ਕਿ ਮੈਂ ਕੰਮ ਕਰ ਰਿਹਾ ਹਾਂ ਕਿ ਭੇਜਿਆ ਤੇ ਮੈਨੂੰ ਪਰਮਿਟ ਮਿਲੇਗਾ। ਤੁਸੀਂ ਕੀ ਕੰਮ ਕਰਦੇ ਆ ਜੀ ਚਰਚ ਦੇ ਵਿੱਚ ਵਾਲੰਟੀਅਰ ਦੇ ਤਾਂ? ਮੈਂ ਇੱਕ ਪ੍ਰੀਸਟ ਦੇ ਤੌਰ ਤੇ ਆ। ਸੋ ਤੁਸੀਂ ਰਿਲੀਜੀਅਸ ਵਰਕਰ ਹੈਗੇ ਆ? ਰਿਲੀਜੀਅਸ ਵਰਕਰ ਦੇ ਵਿਜ਼ਟਰ ਰੈਕੋਰਡ ਹੈ। ਹਾਂਜੀ, ਤੁਹਾਡੇ ਕੋਲ ਵਿਜ਼ਟਰ ਰੈਕੋਰਡ ਹੈ ਜੀ, ਚ ਲਿਖਿਆ ਹੈਗਾ ਰਿਲੀਜੀਅਸ ਵਰਕਰ ਹੋ ਤੁਸੀਂ। ਆਪਾਂ ਟੀਵੀ ਸਕਰੀਨ ਤੇ ਹਾਂਜੀ ਬਿਲਕੁਲ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਉਹਨਾਂ ਨੇ ਕਿਹਾ ਉਹਨਾਂ ਕੋਲ ਹੈ। ਹਾਂਜੀ, ਸੋ ਜੇ ਉਹਨਾਂ ਕੋਲੇ ਐਕਚੁਅਲੀ ਉਹਨਾਂ ਕੋਲੇ ਵਰਕ ਪਰਮਿਟ ਹੋਣਾ ਚਾਹੀਦਾ ਹੈਗਾ ਜੋ ਕੰਮ ਕਰ ਰਹੇ ਨੇ, ਪਰ ਉਹਨਾਂ ਨੇ ਆਖਿਆ ਮੈਂ ਵਾਲੰਟੀਅਰ ਤੌਰ ਤੇ ਕੰਮ ਕਰ ਰਿਹਾ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਰਿਲੀਜੀਅਸ ਵਰਕਰਸ ਨੇ ਉਹਨਾਂ ਨੂੰ ਕੰਪਨਸੇਸ਼ਨ ਹੋਣਾ ਜ਼ਰੂਰੀ, ਇਸ ਕਰਕੇ ਉਹਨੂੰ ਵਿਜ਼ਟਰ ਪਰਮਿਟ ਮਿਲਦਾ ਹੈਗਾ, ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ। ਜੇ ਉਹਨਾਂ ਦਾ ਚਰਚ ਕਹਿੰਦਾ ਇੱਕ ਰਿਲੀਜੀਅਸ ਪ੍ਰੀਚਰ ਹੈਗੇ ਨੇ, ਇਹਨਾਂ ਨੂੰ ਇੰਨੀ ਤਨਖਾਹ ਮਿਲੂਗੀ, ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੂਗਾ। ਉਹ ਜਿਹੜੀ LMI ਐਗਜ਼ੈਂਪਸ਼ਨ ਹੈਗੀ ਆ ਉਹਨੂੰ C50 ਕਹਿੰਦੇ ਨੇ, ਉਹਦੇ ਥੱਲੇ ਉਹ ਆਪਣੀ ਅਰਜ਼ੀ ਦਾਖਲ ਕਰ ਸਕਦੇ ਨੇ। ਹਾਂਜੀ, ਉਹ ਵਰਕ ਹੈ ਜਿਹੜਾ ਉਹਦਾ ਮਤਲਬ ਯੂ ਸ਼ੁਡ ਬੀ ਕੰਪਨਸੇਟਡ ਫॉर ਵਰਕ। ਇੱਥੇ ਉਹ ਕੰਮ ਨਹੀਂ ਕਰ ਰਹੇ, ਉਹ ਸਿਰਫ ਵੋਲੰਟਰੀ ਸਰਵਿਸ ਪ੍ਰੋਵਾਈਡ ਕਰ ਰਹੇ ਨੇ। ਸੋ ਜਿੰਨਾ ਚਿਰ ਵਰਕ ਪਰਮਿਟ ਨਹੀਂ ਹੈਗਾ ਉਹਨਾਂ ਕੋਲੇ, ਉਹਨਾਂ ਚਿਰ ਉਹ ਪਰਮਨੈਂਟ ਰੈਜ਼ੀਡੈਂਸ ਲਈ ਵੀ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਵੋਲੰਟੀਅਰ ਨੂੰ ਐਕਸਪੀਰੀਅੰਸ ਨਹੀਂ ਮੰਨਿਆ ਜਾਂਦਾ। ਤੇ ਦੂਜਾ ਜਿਹੜਾ ਤੁਹਾਡਾ ਇੰਪਲੋਇਰ ਹੈਗਾ, ਚਰਚ ਹੈਗਾ, ਉਹਨੂੰ ਇੱਕ ਇਮੀਗ੍ਰੇਸ਼ਨ ਦੇ ਪੋਰਟਲ ਦੇ ਉੱਤੇ ਜਾ ਕੇ, ਇੰਪਲੋਇਰ ਪੋਰਟਲ ਹੈਗਾ, ਉਹਦੇ ਉੱਤੇ ਜਾ ਕੇ ਇੱਕ ਕੋਡ ਹੈ ਜਿਹੜਾ ਉਹ ਲੈਣਾ ਪੈਣਾ। ਉਹ ਕੋਡ ਹੈ ਜਿਹੜਾ ਉਸ ਤੋਂ ਬਾਅਦ ਤੁਸੀਂ ਆਪਣੀ ਅਰਜ਼ੀ 'ਚ ਦਾਖਲ ਕਰਨਾ ਹੈ। ਉਹ ਕੋਡ ਦੇ ਸਿਰ ਤੇ ਹੀ ਤੁਹਾਨੂੰ ਜਿਹੜਾ ਉਹ ਵਰਕ ਪਰਮਿਟ ਮਿਲੂਗਾ। ਜੇ ਤੁਸੀਂ ਸਿੰਪਲੀ ਚਿੱਠੀ ਲੈ ਕੇ ਅਰਜ਼ੀ ਕਰ ਦੋਗੇ ਤੇ ਕੋਡ ਨਾ ਹੋਇਆ ਤਾਂ ਫਿਰ ਤੁਹਾਡਾ ਕੇਸ ਹੈ ਰਿਫਿਊਜ਼ ਹੋਗਾ। ਇਹ ਵੀ ਕਿਉਂ ਕੀਤਾ ਗਿਆ ਤਰਨ? ਇਹਦੇ ਵਿੱਚ ਇੱਕ ਬਹੁਤ ਵੱਡਾ ਫਰਾਡ ਪਹਿਲਾਂ ਚੱਲ ਰਿਹਾ ਸੀਗਾ। ਉਹ ਫਰਾਡ ਕੀ ਸੀ ਕਿ ਜਿਹੜੇ ਰਿਲੀਜੀਅਸ ਵਰਕਰ ਹੁੰਦੇ ਸੀਗੇ, ਉਹਨਾਂ ਨੂੰ ਜਿਹੜਾ ਅਦਾਰਾ ਹੁੰਦਾ ਸੀਗਾ, ਰਿਲੀਜੀਅਸ ਆਰਗੇਨਾਈਜੇਸ਼ਨ ਦਾ ਸੀ, ਉਹ ਚਿੱਠੀ ਦੇ ਦਿੰਦਾ ਸੀ ਤੇ ਉਹ ਚਿੱਠੀ ਦੇ ਬੇਸਿਸ ਤੇ ਉਹ ਤਾਂ ਆਪਣੀ ਐਕਸਟੈਂਸ਼ਨ ਹੈ ਜਿਹੜੀ ਉਹ ਕਰ ਲੈਂਦੇ ਸੀਗੇ। ਸੋ ਇੱਕ ਰਿਲੀਜੀਅਸ ਆਰਗੇਨਾਈਜੇਸ਼ਨ ਦੇ ਨਕਲੀ ਲੈਟਰ ਹੈਡਸ ਦੇ ਉੱਤੇ ਤੇ ਲੋਕਾਂ ਨੂੰ ਚਿੱਠੀਆਂ, ਨਕਲੀ ਚਿੱਠੀਆਂ ਦੇ ਕੇ ਐਕਸਟੈਂਸ਼ਨਸ ਕਰਾ ਦਿੱਤੀਆਂ ਗਈਆਂ। ਤੇ ਉਹ ਹੋਣ ਤੋਂ ਬਾਅਦ ਜਿਹੜੇ ਬੰਦੇ ਨੇ ਉਹ ਕਰਾਇਆ ਸੀ, ਉਸ ਤੋਂ ਬਾਅਦ ਉਹ ਫਰਾਡ ਫੜਿਆ ਗਿਆ, ਕਿਉਂਕਿ ਉਹ ਇੰਨੀਆਂ ਜ਼ਿਆਦਾ ਨੰਬਰ ਸੀਗਾ ਤੇ ਇਮੀਗ੍ਰੇਸ਼ਨ ਨੂੰ ਸ਼ੱਕ ਹੋਇਆ। ਉਹਨਾਂ ਨੇ ਉਹ ਰਿਲੀਜੀਅਸ ਆਰਗੇਨਾਈਜੇਸ਼ਨ ਨੂੰ ਤੋਂ ਪਤਾ ਕਰਿਆ, ਉਹਨਾਂ ਨੇ ਕਿਹਾ ਕਿ ਇਸ ਚਿੱਠੀ ਅਸੀਂ ਨਹੀਂ ਦਿੱਤੀ ਹੈਗੀ ਹੈ। ਸੋ ਫਿਰ ਉਸ ਤੋਂ ਬਾਅਦ ਉਹਨੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਐਕਚੁਅਲੀ ਉਹ ਬੰਦਾ ਲੱਭ ਲਿਆ ਕਿ ਉਹ ਚਿੱਠੀਆਂ ਕੌਣ ਦੇ ਰਿਹਾ ਸੀ, ਤੇ ਕਰੀਬਨ 4 ਸਾਲ ਪਹਿਲਾਂ ਦੀ ਗੱਲ ਹੈ। ਉਸ ਤੋਂ ਬਾਅਦ ਉਹ ਬੰਦੇ ਨੂੰ 1 ਸਾਲ ਦੀ ਸਜ਼ਾ ਵੀ ਹੋਈ, ਕੈਦ ਵੀ ਹੋਇਆ, ਉਹਦਾ ਪ੍ਰੈਕਟਿਸ ਲਾਇਸੈਂਸ ਵੀ ਜਿਹੜਾ ਕੱਢਿਆ ਗਿਆ। ਉਸ ਤੋਂ ਬਾਅਦ ਇਮੀਗ੍ਰੇਸ਼ਨ ਮਹਿਕਮੇ ਨੇ ਇੱਕ ਕੋਡ ਵਾਲਾ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ। ਜਿਹੜੀ ਆਪਾਂ ਰਿਲੀਜੀਅਸ ਦੀ ਗੱਲ ਕਰ ਰਹੇ ਹਾਂ ਇਸ ਵਕਤ, ਬਹੁਤ ਹੀ ਵਾਰੀ ਹੁਣ ਇਸ ਵਕਤ ਕੀ ਰੁਝਾਨ ਬਣ ਰਿਹਾ ਕਿ ਚਾਹੇ ਉਹ ਸਿੱਖ ਕਮਿਊਨਿਟੀ ਤੋਂ ਹੋਵੇ, ਚਾਹੇ ਉਹ ਹਿੰਦੂ ਕਮਿਊਨਿਟੀ ਤੋਂ ਹੋਵੇ, ਦੇ ਆਲ ਨੋ ਕਿ ਇੱਥੇ ਇਸ ਵਕਤ ਬਾਈਬਲ ਦਾ ਥੋੜਾ ਜ਼ਿਆਦਾ ਰੁਝਾਨ ਹੈ। ਸੋ ਰਿਲੀਜੀਅਸ ਸਟੱਡੀ ਲੈ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ। ਤੁਹਾਨੂੰ ਲੱਗਦਾ ਕਿ ਇਹ ਇੱਕ ਸਹੀ ਵੇ ਹੋ ਸਕਦਾ ਹੈ? ਤੇ ਦੂਜਾ, ਇਹਦੇ ਜ਼ਰੀਏ ਸਟੂਡੈਂਟ ਨੂੰ ਅੱਗੇ ਪੋਸਟ ਗ੍ਰੈਡ ਵਰਕ ਪਰਮਿਟ ਮਿਲ ਸਕਦਾ? ਹਾਂਜੀ, ਬਹੁਤ ਇਹ ਜੀਆਂ ਜਿਹੜੀਆਂ ਕ੍ਰਿਸਚੀਅਨਿਟੀ ਨੂੰ ਪ੍ਰੀਚ ਕਰਨ ਵਾਲੀਆਂ ਯੂਨੀਵਰਸਿਟੀਜ਼ ਹੈਗੀਆਂ ਨੇ ਜਿੱਥੇ ਕਿ ਰਿਲੀਜੀਅਸ ਸਟੱਡੀ ਹੁੰਦੀਆਂ ਨੇ। ਹਾਂ, ਜੇ ਉਹ ਉਹਦੇ 'ਚ ਪੜ੍ਹਨਾ ਚਾਹੁੰਦੇ ਨੇ ਤਾਂ ਉਹਦੇ 'ਚ ਕੋਈ ਉਹ ਰੋਕ ਨਹੀਂ ਹੈਗੀ ਜੇ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਵੀ ਪ੍ਰੋਪਰ ਡਿਗਰੀ ਡਿਪਲੋਮਾ ਜਿਹੜਾ ਮਿਲਦਾ ਹੈਗਾ। ਪਰ ਅਲਟੀਮੇਟਲੀ ਕਿ ਜੇ ਉਹ ਵਰਕ ਪਰਮਿਟ ਮਿਲ ਜਾਂਦਾ ਹੈ, ਉਸ ਤੋਂ ਬਾਅਦ ਉਹ ਕੀ ਪ੍ਰੈਕਟਿਸ ਕਰਨਾ ਚਾਹੁੰਦੇ ਨੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਇਮੀਗ੍ਰੇਸ਼ਨ ਮਿਲਣਾ। ਜੇ ਤਾਂ ਉਹ ਪ੍ਰੀਚਿੰਗ ਕਰਨਗੇ ਜੀ ਤੇ ਫਿਰ ਉਹਨਾਂ ਨੂੰ ਉਸ ਹਿਸਾਬ ਨਾਲ ਹੋਊਗਾ, ਜੇ ਕੋਈ ਹੋਰ ਕੰਮ ਕਰਦੇ ਆ ਤਾਂ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਹੋਊਗਾ। ਪਰ ਹਾਂ, ਜੇ ਉਹ ਇਹ ਜੇ ਕਿਸੇ ਯੂਨੀਵਰਸਿਟੀ 'ਚ ਪੜ੍ਹਨਾ ਆਉਣਾ ਚਾਹੁੰਦੇ ਆ ਤਾਂ ਹਾਂਜੀ ਉਹਨਾਂ ਨੂੰ ਉਹ 'ਚ ਕੋਈ ਦੋਰਾਵਾ ਨਹੀਂ, ਉਹ ਪੜ੍ਹ ਸਕਦੇ। ਉਹ ਯੂਜੂਅਲੀ ਬਾਕੀ ਯੂਨੀਵਰਸਿਟੀ ਵਾਂਗੂ ਗੱਲ ਕਰ ਰਹੇ ਸੀ ਆਪਾਂ ਸਟੱਡੀ ਪਰਮਿਟ ਤੇ ਸਟੱਡੀ ਵੀਜ਼ਾ ਦੇ ਬਾਰੇ ਵਿੱਚ, ਤੇ ਇਹਨਾਂ ਦੇ ਬਾਰੇ ਤੁਸੀਂ ਡਿਫਰੈਂਸ ਵੀ ਨਾਲ ਦੱਸਿਆ ਜੀ। ਬਿਲਕੁਲ। ਸੋ ਉਹ ਆਪਾਂ ਉਸੇ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ ਜੀ। ਸੋ ਜਦੋਂ
ਉਹ ਇੰਟਰਵਿਊ ਹੋ ਰਿਹਾ ਹੈ, ਉਹ ਜਿਹੜਾ ਐਪਲੀਕੇਸ਼ਨ ਟੂ ਐਂਟਰ ਕੈਨੇਡਾ ਹੋ ਰਿਹਾ ਹੈ, ਤਾਂ ਤੋਂ ਸਵਾਲ ਜਵਾਬ ਪੁੱਛੇ ਜਾ ਰਹੇ ਨੇ। ਜੇ ਸਵਾਲ ਜਵਾਬ ਤੁਸੀਂ ਸਹੀ ਜਵਾਬ ਨਾ ਦਿੱਤੇ ਤਾਂ ਉਹ ਤੁਹਾਡੀ ਅਰਜ਼ੀ ਹੈ ਜਿਹੜੀ ਉਹ ਡਿਨਾਈ ਕੀਤੀ ਜਾ ਸਕਦੀ ਹੈ, ਤੁਹਾਨੂੰ ਸਟੱਡੀ ਪਰਮਿਟ ਹੈ ਉਹ ਇਸ਼ੂ ਨਹੀਂ ਕੀਤਾ ਜਾ ਸਕਦਾ। ਤੇ ਉੱਥੇ ਦੋ ਕਨਸੀਕੁਐਂਸਸ ਹੋ ਸਕਦੀਆਂ ਨੇ। ਇੱਕ ਕਨਸੀਕੁਐਂਸ ਇਹ ਹੈਗਾ ਕਿ ਆਫਿਸਰ ਆਖਦਾ ਕਿ ਤੁਸੀਂ ਆਪਦੀ ਐਪਲੀਕੇਸ਼ਨ ਟੂ ਐਂਟਰ ਕੈਨੇਡਾ ਨੂੰ ਵਿਡਰਾ ਕਰ ਲਓ, ਤੁਸੀਂ ਉਹ ਐਪਲੀਕੇਸ਼ਨ ਟੂ ਐਂਟਰ ਕੈਨੇਡਾ ਵਿਡਰਾ ਕਰ ਲੈਂਦੇ ਹੋ, ਤੁਸੀਂ ਸਾਈਨ ਕਰ ਦਿੰਦੇ ਹੋ ਤਾਂ ਤੁਹਾਨੂੰ ਨੈਕਸਟ ਫਲਾਈਟ 'ਚ ਬਿਠਾ ਕੇ ਵਾਪਸ ਭੇਜ ਦਿੰਦੇ ਆ। ਤਾਂ ਉਹਦੇ ਵਿੱਚੋਂ ਟੈਕਨੀਕਲੀ ਤੁਹਾਨੂੰ ਰਿਮੂਵ ਨਹੀਂ ਕੀਤਾ ਗਿਆ, ਸੋ ਤੁਹਾਡੀ ਐਂਟਰੀ ਡਿਨਾਈ ਨਹੀਂ ਕੀਤੀ ਗਈ, ਕਿਉਂਕਿ ਆਮ ਤੌਰ ਤੇ ਸਵਾਲ ਹੁੰਦਾ ਨਾ ਇਮੀਗ੍ਰੇਸ਼ਨ ਐਪਲੀਕੇਸ਼ਨ, ਹੈਵ ਯੂ ਬੀਨ ਡਿਨਾਈਡ ਐਂਟਰੀ, ਸੋ ਟੈਕਨੀਕਲੀ ਉੱਥੇ ਤੁਹਾਡੀ ਐਂਟਰੀ ਨਹੀਂ ਡਿਨਾਈ ਕੀਤੀ ਗਈ, ਤੁਸੀਂ ਆਪਦੇ ਆਪ ਨੂੰ ਵਿਡਰਾ ਕਰ ਲਈ ਆਪਦੀ ਐਪਲੀਕੇਸ਼ਨ ਤੇ ਤੁਸੀਂ ਵਾਪਸ ਚਲੇ ਗਏ। ਪਰ ਉੱਥੇ ਤਾਂ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੀਆਂ ਸਰਕਮਸਟੈਂਸਸ ਲਿਖੀਆਂ ਨੇ ਆਫਿਸਰ ਨੇ, ਕੀ ਨੋਟ ਪਾਇਆ ਉਹਨੇ, ਕਿ ਜੇ ਉਹ ਸਾਰਾ ਕੁਝ ਤੁਹਾਡੇ ਖਿਲਾਫ ਪਾਤਾ ਤਾਂ ਚਾਹੇ ਤੁਸੀਂ ਵਿਡਰਾ ਵੀ ਕਰ ਲਈ ਹੈ ਤਾਂ ਵੀ ਉਹ ਤੁਹਾਡੇ ਹੱਕ 'ਚ ਨਹੀਂ ਵਰਤੀ ਜਾਏਗੀ। ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਸਰ ਬ੍ਰਹਮਪੁਰ ਤੋਂ ਬੋਲਦਾ, ਬ੍ਰਹਮਪੁਰ ਤੋਂ ਜੀ। ਇਸ ਤਰ੍ਹਾਂ ਸੀਗਾ, ਇੱਕ ਕੁਐਸਚਨ ਸੀਗਾ ਮੇਰਾ ਰਜਿਸਟਰ ਵੀਜ਼ੇ ਦੇ ਸੰਬੰਧ 'ਚ। ਮੇਰੇ ਫਾਦਰ ਆਏ ਹੋਏ ਆ ਇੱਥੇ ਸੁਪਰ ਵੀਜ਼ਾ ਤੇ ਜੀ। ਹੈਲੋ, ਹਾਂਜੀ ਜੀ, ਸਵਾਲ ਕਰੋ ਜੀ। ਹਾਂਜੀ, ਉਹ ਇੰਡੀਆ ਦੇ ਵਿੱਚ ਐਡਵੋਕੇਟ ਸੀਗੇ, ਨੀਅਰ ਅਬਾਊਟ ਏਜ ਉਹਨਾਂ ਦੀ 68 ਦੇ ਕਰੀਬ ਆ, ਤੇ ਉਹ ਸਾਲ ਹੋ ਗਿਆ ਉਹਨਾਂ ਨੂੰ ਆਏ ਨੂੰ ਇੱਥੇ। ਤੇ ਉਹਨਾਂ ਦੇ ਇੱਕ ਦੋਸਤ ਹੈਗੇ ਇੱਥੇ ਜਿਨ੍ਹਾਂ ਕੋਲ ਲਾ ਆਫਿਸ ਹੈ ਜਿਨ੍ਹਾਂ ਦਾ, ਕੀ ਉਹਨਾਂ ਕੋਲ ਕੋਈ ਵਰਕ ਪਰਮਿਟ ਲੈ ਸਕਦੇ ਜੀ? ਉਹ ਰੈਡੀ ਆ ਵਰਕ ਪਰਮਿਟ ਜੀ। ਆਪਾਂ ਕੁਝ ਪੁੱਛਣਾ ਹੈ ਆਨਸਰ ਦੇ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ, ਜਿਹੜਾ ਵਰਕ ਪਰਮਿਟ ਲੈਣ ਵਾਲਾ ਤੇ ਦੂਜਾ ਦੇਣ ਵਾਲਾ, ਇਹ ਇੰਨਾ ਸਿੰਪਲ ਸਟ੍ਰੇਟ ਫਾਰਵਰਡ ਆਨਸਰ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਤਾਂ ਜਿਹੜੇ ਇੰਡੀਵਿਜੂਅਲ, ਜਿਹੜਾ EMPLOYER ਉਹਨਾਂ ਨੂੰ ਹਾਇਰ ਕਰ ਰਿਹਾ ਹੈ, ਉਸ EMPLOYER ਨੂੰ LMIA ਲੈਣਾ ਪੈਣਾ, ਤੇ LMIA ਜਿਹੜਾ ਹੈਗਾ ਉਹ ਕੋਈ ਇਮੀਗ੍ਰੇਸ਼ਨ ਦਾ ਡਾਕੂਮੈਂਟ ਨਹੀਂ ਹੈਗਾ, ਉਹ ਸਰਵਿਸ ਕੈਨੇਡਾ ਦਾ ਡਾਕੂਮੈਂਟ ਹੈ। ਜਿਹੜਾ ਸਰਵਿਸ ਕੈਨੇਡਾ ਮਹਿਕਮਾ ਉਹਦਾ ਮੈਂਡੇਟ ਹੈਗਾ ਕਿ ਉਹਨੇ ਦੇਖਣਾ ਹੈ ਕਿ ਇਹ ਕੰਮ ਕਰਨ ਲਈ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਅਵੇਲੇਬਲ ਤਾਂ ਨਹੀਂ ਹੈਗੇ। ਜੇ ਉਹ ਅਵੇਲੇਬਲ ਨੇ ਤਾਂ ਫਿਰ ਉਹ LMIA ਪੋਜ਼ਿਟਿਵ ਨਹੀਂ ਦਊਗਾ, ਉਹਨੂੰ ਡਿਨਾਈ ਕਰ ਦੂਗਾ। ਜੇ ਉਹ ਕੰਮ ਕਰ ਲਈ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਸ ਅਵੇਲੇਬਲ ਨਹੀਂ ਹੈਗੇ ਆ, ਤੇ ਫਿਰ ਉਹ ਆਫਿਸਰ, ਫਿਰ ਉਸ EMPLOYER ਨੂੰ ਆਫਿਸਰ ਜਿਹੜਾ ਪੋਜ਼ਿਟਿਵ LMIA ਦੇ ਦੂਗਾ, ਤੇ ਉਹ LMIA EMPLOYER ਦਾ ਕਾਗਜ਼ ਹੈ। ਜਦੋਂ ਉਹਨੂੰ ਉਹ ਕਾਗਜ਼ ਮਿਲ ਗਿਆ, ਉਸ ਤੋਂ ਬਾਅਦ ਜਿਹੜਾ ਵਰਕਰ ਹੈਗਾ ਉਹ ਅਪਲਾਈ ਕਰ ਸਕਦਾ ਆਪਣੇ ਵਰਕ ਪਰਮਿਟ ਲਈ। ਜਿਵੇਂ ਹੁਣ ਆਪਾਂ ਨੂੰ ਵਿਜ਼ਿਟਰ ਨੇ ਜਿਹੜੇ ਉਹ ਆਏ ਨੇ ਤਾਂ ਉਹ ਵਿਦਨ ਕੈਨੇਡਾ ਐਪਲੀਕੇਸ਼ਨ ਕਰ ਸਕਦੇ ਨੇ। ਸੋ ਜਦੋਂ ਐਪਲੀਕੇਸ਼ਨ ਹੋ ਗਏ ਹੋਣ ਵੇਲੇ ਉੱਥੇ ਸੈਕਸ਼ਨ 204 ਤੇ ਸੈਕਸ਼ਨ 205 ਨੇ ਜਿਹੜੇ ਉਹਨਾਂ ਨੂੰ ਦੇਖਿਆ ਜਾਣਾ। ਉਹ ਦੋਵੇਂ ਸੈਕਸ਼ਨ ਇਹ ਕਹਿੰਦੇ ਨੇ ਕਿ ਬੰਦੇ 'ਚ ਜਿਹੜੀ ਐਬਿਲਿਟੀ ਹੋਣੀ ਚਾਹੀਦੀ ਹੈ ਉਹ ਕੰਮ ਕਰਨ ਲਈ, ਤੇ ਉਹ ਰਿਕੁਆਇਰਮੈਂਟ ਮੀਟ ਕਰਦਾ ਹੋਣਾ ਚਾਹੀਦਾ। ਹੁਣ ਜਿਵੇਂ ਪਾਰਟਿਕੂਲਰ ਕੇਸ ਦੀ ਗੱਲ ਕਰੀਏ, ਜੇ ਉਹ ਐਡਵੋਕੇਟ ਸੀ ਤਾਂ ਜੇ ਉਹਨਾਂ ਨੇ ਇੱਥੇ ਐਜ਼ ਅ ਲਾਇਰ ਕੰਮ ਕਰਨਾ, ਸਭ ਤੋਂ ਪਹਿਲਾਂ ਉਹਨਾਂ ਨੂੰ ਲਾਇਸੈਂਸ ਹੋਣਾ ਜ਼ਰੂਰੀ ਹੈ। ਸੋ ਕੀ ਉਹਨਾਂ ਕੋਲ ਕੈਨੇਡੀਅਨ ਲਾਇਸੈਂਸ ਹੈਗਾ? ਜੇ ਨਹੀਂ ਹੈਗਾ ਤੇ ਫਿਰ ਉਹ ਕੰਮ ਨਹੀਂ ਕਰ ਸਕਦੇ। ਦੂਜਾ, ਉਹ ਉਹਨਾਂ ਲਈ ਜੌਬ ਜਿਹੜਾ ਹੋ ਸਕਦਾ ਹੈਗਾ ਉਹ ਲੀਗਲ ਅਸਿਸਟੈਂਟ ਹੋ ਸਕਦਾ ਹੈਗਾ। ਸੋ ਜੇ ਲੀਗਲ ਅਸਿਸਟੈਂਟ ਦਾ ਉਹਨਾਂ ਨੂੰ ਪੋਜੀਸ਼ਨ ਆਫਰ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਐਲੀਜੀਬਲ ਹੈਗੇ ਨੇ, ਉਹਦੇ ਲਈ ਕਰ ਸਕਦੇ ਨੇ। ਫਿਰ ਉਹ ਤੋਂ ਬਾਅਦ ਉਹਨਾਂ ਦੀ ਲੈਂਗੁਏਜ ਰਿਕੁਆਇਰਮੈਂਟ ਹੈ ਕਿ ਉਹ ਕੰਮ ਕਰਨ ਲਈ ਕਿੰਨੀ ਅੰਗਰੇਜ਼ੀ ਚਾਹੀਦੀ ਹੈ, ਉਹ ਕੰਮ ਕਰਨ ਲਈ ਕਿੰਨੀ ਪੜ੍ਹਾਈ ਚਾਹੀਦੀ ਹੈ, ਉਹ ਕੰਮ ਕਰਨ ਲਈ ਕਿੰਨਾ ਐਕਸਪੀਰੀਅੰਸ ਚਾਹੀਦਾ। ਸੋ ਜਿੰਨਾ ਚਿਰ ਇਹ ਰਿਕੁਆਇਰਮੈਂਟ ਮੀਟ ਨਹੀਂ ਹੁੰਦੀਆਂ ਉਹਨਾਂ ਚਿਰ ਉਹ ਐਲੀਜੀਬਿਲਿਟੀ ਨਹੀਂ ਬਣੂਗੀ। ਕੈਨੇਡੀਅਨ ਕਾਨੂੰਨ ਦੇ ਬਾਰੇ ਵੀ ਜਾਣਕਾਰੀ ਹੋਣਾ ਜ਼ਰੂਰੀ ਹੋਣਾ ਚਾਹੀਦਾ। ਹਾਂਜੀ, ਐਬਸੋਲੂਟਲੀ ਉਹ ਰਿਕੁਆਇਰਮੈਂਟ ਹੋਊਗੀ। ਤੇ ਇਹਦੇ ਨਾਲ ਨਾਲ ਜਿਹੜਾ ਮੋਸਟ ਇੰਪੋਰਟੈਂਟ ਇਸ਼ੂ ਹੈਗਾ ਉਹ ਕੇਸ ਦੇ ਵਿੱਚੋਂ ਉਹ ਹੈਗਾ ਕਿ ਉਹ 68 ਇਅਰਸ 올ਡ ਹੈਗੇ ਨੇ। ਸੋ ਆਮ ਤੌਰ ਤੇ ਕੈਨੇਡਾ ਦੇ ਵਿੱਚੋਂ 65 ਤੇ ਬੰਦੇ ਰਿਟਾਇਰ ਹੋ ਜਾਂਦੇ ਨੇ, ਪਰ ਇਹ ਉਹਨਾਂ ਦੇ ਖਿਲਾਫ ਨਹੀਂ ਗੱਲ ਵਰਤੀ ਜਾਊਗੀ ਜੇ ਉਹ ਅੱਗੇ ਕੰਮ ਕਰਨਾ ਚਾਹੁੰਦੇ ਆ, ਪ੍ਰੋਵਾਈਡਡ ਕਿ ਉਹ ਆਪਣੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਉਹ ਮੀਟ ਕਰਦੇ ਹੋਣ। ਹੁਣ ਜੇ ਬੰਦਾ ਕਹਿੰਦਾ ਜੀ ਵੀ ਕਿ ਮੈਂ ਤਾਂ ਬੁਖਾਰ ਦੇਖ ਲੈਣਾ ਤੇ ਮੈਂ ਟੀਕਾ ਲਾ ਲੈਣਾ, ਮੈਂ ਡਾਕਟਰ ਹੋ ਗਿਆ, ਡਾਕਟਰ ਨਹੀਂ ਨਾ ਹੋ ਸਕਦਾ। ਡਾਕਟਰ ਬਣਨ ਲਈ ਸਰਟਨ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਣੀਆਂ ਨੇ। ਸੋ ਜੇ ਤੁਹਾਡਾ EMPLOYER ਤਾਂ ਤੁਹਾਨੂੰ ਪੋਜੀਸ਼ਨ ਆਫਰ ਕਰ ਰਿਹਾ ਹੈ, ਪਰ ਜੇ ਤੁਸੀਂ ਉਹਦੀਆਂ ਰਿਕੁਆਇਰਮੈਂਟ ਮੀਟ ਨਹੀਂ ਕਰਦੇ ਫਿਰ ਉਹ ਤੁਹਾਡਾ ਕੇਸ ਹੈ ਜਿਹੜਾ ਪੋਜ਼ਿਟਿਵ ਨਹੀਂ ਹੋ ਸਕਦਾ। ਸੋ ਦੋਵੇਂ ਪੱਖ ਦੇਖਣੇ ਜ਼ਰੂਰੀ ਨੇ ਕਿ ਤੁਹਾਨੂੰ ਪੋਜੀਸ਼ਨ ਕੀ ਮਿਲ ਰਹੀ ਹੈ, ਕੀ ਤੁਸੀਂ ਉਸ ਪੋਜੀਸ਼ਨ ਲਈ ਐਲੀਜੀਬਲ ਹੋ, ਤਾਂ ਹੀ ਤੁਹਾਨੂੰ ਜਿਹੜਾ ਉਹ ਵਰਕ ਪਰਮਿਟ ਮਿਲੂਗਾ। ਬਾਕੀ ਜਿਵੇਂ ਕੇਸ ਦੀਆਂ ਹੋਰ ਨਿਟੀਗ੍ਰਿਟੀਜ਼ ਨੇ ਉਹ ਤਾਂ ਜੇ ਬਾਕੀ ਡਿਟੇਲ ਨਾਲ ਗੱਲ ਕਰਕੇ ਹੀ ਪਤਾ ਹੋ ਸਕਦੀ ਹੈ। ਸਟੂਡੈਂਟਸ ਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਹਾਨੂੰ ਇੱਕ ਲੈਟਰ ਜਿਹੜੀ ਆ ਪ੍ਰੋਵਾਈਡ ਕਰਵਾਈ ਜਾਂਦੀ ਹੈ। ਬਿਲਕੁਲ ਜੀ। ਸੋ ਜਦੋਂ ਜੇ ਤੁਸੀਂ ਉਹਨੂੰ ਆਪਣੀ ਅਰਜ਼ੀ ਨੂੰ ਵਾਪਸ ਲੈ ਲਿਆ, ਤੁਸੀਂ ਐਪਲੀਕੇਸ਼ਨ ਟੂ ਐਂਟਰ ਨੂੰ ਵਿਡਰਾ ਕਰ ਲਿਆ, ਤਾਂ ਤੁਹਾਨੂੰ ਵਾਪਸ ਭੇਜ ਦਿੱਤਾ ਜਾਊਗਾ। ਤੁਸੀਂ ਅਗਲੀ ਅਰਜ਼ੀ ਤੇ ਲਿਖਣ ਦੀ ਲੋੜ ਨਹੀਂ ਕਿ ਤੁਹਾਨੂੰ ਡਿਨਾਈ ਕੀਤੀ ਗਈ ਸੀ। ਉਹ ਡਿਨਾਈ ਨਹੀਂ ਕੀਤੀ,
ਤੁਸੀਂ ਵਿਡਰਾ ਕਰਿਆ। ਆਫਿਸਰ ਨੇ ਕੀ ਨੋਟਸ ਲਿਖੇ ਨੇ ਉਹਦੇ ਉੱਤੇ, ਉਹ ਸਭ ਤੋਂ ਜ਼ਿਆਦਾ ਮੈਟਰ ਕਰੂਗਾ, ਕਿਉਂਕਿ ਜੇ ਤੁਸੀਂ ਨੈਕਸਟ ਟਾਈਮ ਆਉਂਦੇ ਹੈਗੇ ਹੋ ਤੇ ਜਿਹੜਾ ਆਫਿਸਰ ਤੁਹਾਨੂੰ ਅਗਲੀ ਵਾਰ ਇੰਟਰਵਿਊ ਕਰ ਰਿਹਾ ਹੈ ਉਹਨੇ ਵੀ ਉਹਨਾਂ ਨੋਟਸ ਦੇ ਉੱਤੇ ਹੀ ਰਿਲਾਏ ਕਰਨਾ ਹੈਗਾ, ਕਿਉਂਕਿ ਉਹਦੇ ਕੋਲ ਤਾਂ ਹੋਰ ਕੋਈ ਸੋਰਸ ਨਹੀਂ, ਉਹ ਤਾਂ ਜੋ ਗੱਲਬਾਤ ਹੋਈ ਉਹਨੇ ਉੱਥੇ ਲਿਖਤੀ ਹੈ। ਸੋ ਜਦੋਂ ਤੁਸੀਂ ਐਪਲੀਕੇਸ਼ਨ ਟੂ ਐਂਟਰ ਵਿਡਰਾ ਕਰ ਰਹੇ ਹੋ, ਮੇਕ ਸ਼ੋਰ ਕਰੋ ਆਪਣੇ ਫੈਕਟਸ ਨੇ ਜਿਹੜੇ ਆਫਿਸਰ ਨਾਲ ਸਟ੍ਰੇਟ ਕਰੋ, ਮਤਲਬ ਉਹਨੂੰ ਦੱਸੋ ਵੀ ਹਾਂ ਭਾਈ ਤੂੰ ਕੀ ਲਿਖ ਰਿਹਾ, ਤੈਨੂੰ ਕੀ ਲੱਗਿਆ। ਜੇ ਉਹਨੇ ਸਾਰੀ ਕਾਰਵਾਈ ਤੁਹਾਡੇ ਖਿਲਾਫ ਲਿਖੀ ਹੈ ਤੇ ਫਿਰ ਤੁਹਾਨੂੰ ਐਪਲੀਕੇਸ਼ਨ ਟੂ ਐਂਟਰ ਵਿਡਰਾ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਫਿਰ ਤੁਸੀਂ ਆਪਣਾ ਕੇਸ ਲੜੋ। ਦੂਜੀ ਜਿਹੜੀ ਆਪਸ਼ਨ ਹੈਗੀ ਹੈ, ਤਾਂ ਜੇ ਤੁਸੀਂ ਐਪਲੀਕੇਸ਼ਨ ਟੂ ਐਂਟਰ ਵਿਡਰਾ ਨਹੀਂ ਕਰੋਗੇ ਤਾਂ ਆਫਿਸਰ ਹੈ ਜਿਹੜਾ ਉਹ ਤੁਹਾਡੇ ਖਿਲਾਫ ਰਿਮੂਵਲ ਆਰਡਰ ਦੀਆਂ ਪ੍ਰੋਸੀਡਿੰਗ ਸ਼ੁਰੂ ਕਰ ਸਕਦਾ ਹੈ। ਉਹਦੇ ਲਈ ਸਭ ਤੋਂ ਪਹਿਲਾਂ ਉਹਨੂੰ ਇੱਕ ਰਿਪੋਰਟ ਲਿਖਣੀ ਪੈਣੀ ਹੈ ਤੁਹਾਡੇ ਖਿਲਾਫ, ਜਿਵੇਂ ਆਪਾਂ ਨੂੰ ਪੁਲਿਸਮੈਨ ਟਿਕਟ ਦਿੰਦਾ ਉਹ ਰਿਪੋਰਟ ਹੀ ਲਿਖ ਰਿਹਾ ਹੈ ਨਾ। ਉਸ ਤੋਂ ਬਾਅਦ ਜਦੋਂ ਰਿਪੋਰਟ ਲਿਖਤੀ ਤਾਂ ਤੁਹਾਡਾ ਹੱਕ ਬਣ ਜਾਂਦਾ ਉਹ ਰਿਪੋਰਟ ਨੂੰ ਕੋਰਟ ਦੇ ਵਿੱਚੋਂ ਚੈਲੰਜ ਕਰਨ ਲਈ। ਜੇ ਉਹ ਜਿਹੜਾ ਫੈਸਲਾ ਉਹ ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚ ਹੁੰਦਾ, ਇਹ ਕੋਰਟ ਹੈਗਾ ਜਿੱਥੇ ਕਿ ਇਹ ਰਿਮੂਵਲ ਆਰਡਰ ਦੇ ਫੈਸਲੇ ਕੀਤੇ ਜਾਂਦੇ ਨੇ। ਹੁਣ ਜੇ ਤੁਹਾਡਾ ਕੇਸ ਹੈ ਇਮੀਗ੍ਰੇਸ਼ਨ ਡਿਵੀਜ਼ਨ ਚਲਾ ਗਿਆ ਤਾਂ ਤੁਹਾਨੂੰ ਐਂਟਰ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਮਿਲ ਜਾਣੀ ਹੈ, ਕਿਉਂਕਿ ਤੁਹਾਡਾ ਕੇਸ ਹਾਲੇ ਫੈਸਲਾ ਨਹੀਂ ਹੋਇਆ। ਉਹਨਾਂ ਚਿਰ ਤੁਸੀਂ ਇੱਥੇ ਕੈਨੇਡਾ 'ਚ ਰਹਿ ਸਕਦੇ ਹੋ, ਆਪਣੇ ਕੇਸ ਦੀ ਚਾਰਾਜੋਈ ਕਰ ਸਕਦੇ ਹੋ। ਹੁਣ ਜਦੋਂ ਕੇਸ ਇਮੀਗ੍ਰੇਸ਼ਨ ਡਿਵੀਜ਼ਨ ਚਲਿਆ ਗਿਆ ਤੇ ਉੱਥੇ ਜਿਹੜਾ ਜੱਜ ਹੈਗਾ ਉਹਨੇ ਇਹ ਓਨਸ ਸਰਕਾਰੀ ਵਕੀਲ ਨੂੰ ਦੇਣਾ ਕਿ ਉਹ ਪ੍ਰੂਵ ਕਰੇ ਕਿ ਇਹ ਰਿਪੋਰਟ ਸਹੀ ਹੈਗੀ ਹੈ। ਇਹ ਤੁਹਾਡੇ ਤੇ ਓਨਸ ਨਹੀਂ ਕਿ ਤੁਸੀਂ ਪ੍ਰੂਵ ਕਰਨਾ ਹੈ ਰਿਪੋਰਟ ਸਹੀ ਨਹੀਂ, ਇਹ ਸਰਕਾਰੀ ਵਕੀਲ ਨੇ ਪ੍ਰੂਵ ਕਰਨਾ। ਸੋ ਜੇ ਸਰਕਾਰੀ ਕੋਈ ਵਕੀਲ ਨਾਕਾਮ ਰਹਿੰਦਾ ਹੈਗਾ ਇਹ ਪ੍ਰੂਵ ਕਰਨ ਦੇ ਵਿੱਚ ਕਿ ਉਹ ਰਿਪੋਰਟ ਸਹੀ ਹੈ, ਤਾਂ ਤੁਹਾਨੂੰ ਜਿਹੜਾ ਇਮੀਗ੍ਰੇਸ਼ਨ ਡਿਵੀਜ਼ਨ ਦਾ ਜੱਜ ਹੈ ਉਹ ਫੇਵਰੇਬਲ ਡਿਸੀਜਨ ਦਊਗਾ ਤੇ ਤੁਹਾਨੂੰ ਅਲਾਉ ਕਰੂਗਾ ਕਿ ਤੁਸੀਂ ਕੈਨੇਡਾ ਐਂਟਰ ਕਰ ਸਕਦੇ ਹੋ। ਜੋ ਵੀ ਪੜ੍ਹਨਾ ਹੈ, ਉਹ ਵਿਜ਼ਿਟ ਕਰਨਾ ਹੈ, ਉਹ ਕੰਮ ਕਰਨਾ ਹੈ, ਉਹ ਤੁਸੀਂ ਕਰ ਸਕਦੇ ਹੈਗੇ ਹੋ। ਤੇ ਇਹ ਜਿਹੜਾ ਪ੍ਰੋਸੀਜਰ ਹੈ ਇਹ ਐਡਵਰਸੇਰੀਅਲ ਹੈ। ਐਡਵਰਸੇਰੀਅਲ ਦਾ ਮਤਲਬ ਹੈਗਾ ਕਿ ਦੋ ਟੀਮਾਂ ਨੇ, ਐਡਵਰਸਰੀਜ਼ ਨੇ, ਇੱਕ ਦੂਜੇ ਦੇ ਦੁਸ਼ਮਣ ਨੇ, ਤੋਂ ਲੜਾਈ ਹੋ ਰਹੀ ਹੈ। ਜਿਵੇਂ ਸਰਕਾਰੀ ਵਕੀਲ ਆਪਣੇ ਫੈਕਟਸ ਪ੍ਰੈਜ਼ੈਂਟ ਕਰ ਰਿਹਾ, ਉਵੇਂ ਜਿਵੇਂ ਤੁਹਾਡਾ ਕਾਉਂਸਲ ਵੀ ਉੱਥੇ ਪ੍ਰੈਜ਼ੈਂਟ ਕਰਦਾ। ਮੇਰਾ ਬਹੁਤ ਐਕਸਪੀਰੀਅੰਸ ਹੈ ਨਾ ਮਾਮਲੇ 'ਚ, ਮੈਂ ਬਹੁਤ ਇਹੋ ਜਿਹੇ ਕੇਸਿਸ ਨੂੰ ਹੈਂਡਲ ਕਰਦਾ, ਕਿਉਂਕਿ ਓਨਸ ਹੈ ਜਿਹੜਾ ਉਹ ਸਰਕਾਰ ਤੇ ਹੁੰਦਾ, ਤੁਹਾਡੇ ਜਿੱਤ ਦੇ ਚਾਂਸਸ ਉਨੇ ਹੀ ਵੱਧ ਜਾਂਦੇ ਹੈਗੇ। ਕਿਉਂਕਿ ਜਦੋਂ ਜਿਹੜਾ ਆਫਿਸਰ ਹੈਗਾ ਉਹ ਕੋਈ ਕਾਨੂੰਨ ਦਾ ਮਾਹਰ ਨਹੀਂ ਹੈਗਾ, ਉਹਨੂੰ ਤਾਂ ਜੋ ਕਾਨੂੰਨ ਬਾਰੇ ਜਾਣਕਾਰੀ ਉਹ ਬਹੁਤ ਮਿਨੀਮਲਿਸਟਿਕ ਜਾਣਕਾਰੀ, ਉਹਦੇ ਹਿਸਾਬ ਨਾਲ ਉਹਨੇ ਰਿਪੋਰਟ ਲਿਖਤੀ। ਕਈ ਵਾਰੀ ਉਹ ਰਿਪੋਰਟ ਦੇ ਵਿੱਚ ਇੰਨੇ ਫਲॉ ਹੁੰਦੇ ਨੇ ਕਿ ਉਹ ਵੈਸੀ ਕੇਸ ਹੈ ਜਿਹੜਾ ਉਹ ਜਿੱਤਿਆ ਜਾਂਦਾ ਹੈਗਾ। ਸੋ ਜੇ ਤਾਂ ਸਿੰਪਲ ਟਰਮਸ ਦੇ ਵਿੱਚੋਂ ਤੁਹਾਨੂੰ 에ਅਰਪੋਰਟ ਤੇ ਰੋਕ ਲਿਆ ਗਿਆ ਤੇ ਉਹ ਤੋਂ ਬਾਅਦ ਤੁਹਾਨੂੰ ਆਖਦਾ ਹੈ ਕਿ ਮੈਂ ਤੈਨੂੰ ਵਾਪਸ ਜਾਣ ਦੀ ਆਗਿਆ ਦੇਣਾ, ਤੂੰ ਵਾਪਸ ਚਲੇ ਜਾ, ਮੈਂ ਤੇਰੇ ਖਿਲਾਫ ਕੁਝ ਨਹੀਂ ਲਿਖਿਆ, ਫਿਰ ਤਾਂ ਮਾਮਲਾ ਠੀਕ ਹੈ। ਪਰ ਜੇ ਇੰਟਰਵਿਊ ਕਰਨ ਤੋਂ ਬਾਅਦ ਸਾਰਾ ਕੁਝ ਤੁਹਾਡੇ ਖਿਲਾਫ ਲਿਖ ਕੇ ਅਰਜ਼ੀ ਵਿਡਰਾ ਕਰਦੇ ਆ ਤਾਂ ਉਹ ਤੁਹਾਡੇ ਹੱਕ 'ਚ ਨਹੀਂ ਹੈਗਾ। ਹੁਣ ਜੇ ਇੱਥੇ ਕੋਈ ਆਉਂਦਾ ਹੈਗਾ, ਹੁਣ ਜਿਵੇਂ ਤੁਸੀਂ 12 ਸਟੂਡੈਂਟਸ ਦੀ ਗੱਲ ਕੀਤੀ ਜਿਹਨਾਂ ਨੂੰ ਵਾਪਸ ਭੇਜਿਆ ਗਿਆ, ਸਭ ਤੋਂ ਪਹਿਲਾਂ ਉਹਨਾਂ ਲਈ ਮੇਰੀ ਇਹ ਰਾਏ ਹੈਗੀ ਹੈ, ਜਾਂ ਕਿਸੇ ਲਈ ਵੀ ਜਿਹਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਜਾਂਦਾ ਹੈ, ਕਿ ਜਿਹੜੇ ਪੋਰਟ ਆਫ ਐਂਟਰੀ ਨੋਟਸ ਨੇ, ਜਿਹੜਾ ਜਦੋਂ ਤੁਸੀਂ 에ਅਰਪੋਰਟ ਤੇ ਉਹਨੂੰ ਪੋਰਟ ਆਫ ਐਂਟਰੀ ਹੈਗਾ, ਤਾਂ ਆਫਿਸਰ ਨੇ ਉਹ ਪੋਰਟ ਆਫ ਐਂਟਰੀ ਨੋਟਸ ਉਹਨੂੰ ਕਰਨੇ ਜ਼ਰੂਰੀ ਨੇ ਕਿ ਐਪਲੀਕੇਸ਼ਨ ਕਿਉਂ ਉਹਨੇ ਵਿਡਰਾ ਕਰਨ ਦੀ ਇਜਾਜ਼ਤ ਦਿੱਤੀ। ਇਹ ਆਮ ਤੌਰ ਤੇ ਐਨ ਨਾਲ ਸ਼ੁਰੂ ਹੁੰਦੀਆਂ ਫਾਈਲਸ ਨੇ, ਜਿਹੜਾ ਅਲਫਾਬੈਟ ਐਨ ਹੈਗਾ। ਸੋ ਐਨ ਨੰਬਰ ਫਾਈਲ ਹੋਵੇ, ਉਸ ਤੋਂ ਬਾਅਦ ਸਾਰੇ ਪੋਰਟ ਆਫ ਐਂਟਰੀ ਨੋਟਸ ਮੰਗਾਏ ਜਾ ਸਕਦੇ ਹੈ। ਉਸ ਤੋਂ ਬਾਅਦ ਫਿਰ ਫੈਸਲਾ ਕੀਤਾ ਜਾਵੇਗਾ ਉਹ ਬੰਦੇ ਕੋਲੇ ਅੱਗੇ ਕੀ ਆਪਸ਼ਨ ਜਿਹੜੀਆਂ ਹੈਗੀਆਂ ਨੇ ਜੀ। ਇੱਕ ਕੇਸ ਤਾਂ ਇਹ ਜਿਹਦਾ ਮੈਂ ਐਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ, ਜਿਹੜਾ ਮੈਂ ਕੇਸ ਲੜਿਆ ਸੀ ਜੀ, ਉਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਜੀ, ਮੈਂ BC ਤੋਂ ਸੁਰਿੰਦਰ ਬੋਲ ਰਿਹਾ ਜੀ। ਜੀ ਸਰ, ਮੈਂ ਪੁੱਛਣਾ ਚਾਹ ਰਿਹਾ ਸੀ ਸਰ ਤੋਂ ਕਿ ਮੈਨੂੰ 1 ਸਾਲ ਹੋ ਗਿਆ ਇੱਥੇ ਕੈਨੇਡਾ ਦੇ ਵਿੱਚ ਐਜ਼ ਅ ਵਰਕ ਪਰਮਿਟ ਕੰਮ ਕਰਦੇ ਐਜ਼ ਅ ਸਟੋਰ ਸੁਪਰਵਾਈਜ਼ਰ ਜੀ। ਤੇ ਸਰ ਮੈਂ ਕਦੋਂ PR ਲਈ ਅਪਲਾਈ ਕਰ ਸਕਦਾ ਹਾਂ? ਵਾਟ ਇਜ਼ ਦਾ ਵੇ ਫਾਰਵਰਡ, ਕੀ ਪ੍ਰੋਸੈਸ ਹੈ ਅੱਗੇ? ਹਾਂਜੀ, ਜੇ ਤੁਹਾਨੂੰ ਸਾਲ ਕੰਮ ਕਰਦਿਆਂ ਨੂੰ ਹੋ ਗਿਆ ਜੀ, ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀਆਂ ਰਿਕੁਆਇਰਮੈਂਟਸ ਮੀਟ ਕਰਦੇ ਹੋ, ਤੁਸੀਂ ਕਦੇ ਵੀ ਐਪਲੀਕੇਸ਼ਨ ਕਰ ਸਕਦੇ ਹੋ। ਪਰ ਐਪਲੀਕੇਸ਼ਨ ਕਰਨਾ ਤੇ ਐਪਲੀਕੇਸ਼ਨ ਕਾਮਯਾਬ ਹੋਣਾ ਦੋ ਡਿਫਰੈਂਟ ਮੁੱਦੇ ਹੈਗੇ ਨੇ। ਸੋ ਜੇ ਤਾਂ ਤੁਸੀਂ, ਤੁਹਾਡਾ ਸਵਾਲ ਇਸ ਸਟ੍ਰੇਟ ਫਾਰਵਰਡ ਹੈ ਕਿ ਮੈਨੂੰ ਸਾਲ ਭਰ ਕੈਨੇਡਾ 'ਚ ਕੰਮ ਕਰਦਿਆਂ ਨੂੰ ਹੋ ਗਿਆ, ਕੀ ਮੈਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਐਲੀਜੀਬਲ ਹੈਗਾ, ਤਾਂ ਆਨਸਰ ਹੈਗਾ ਹਾਂਜੀ, ਬਿਲਕੁਲ ਤੁਸੀਂ ਐਲੀਜੀਬਲ ਹੋ। ਪਰ ਮੈਟਰ ਕਰੂਗਾ ਤੁਹਾਡੇ ਪੁਆਇੰਟਸ ਕਿੰਨੇ ਬਣਦੇ ਹੈਗੇ ਆ। ਸੋ ਤੁਹਾਡੀ ਏਜ ਕਿੰਨੀ ਹੈ, ਐਜੂਕੇਸ਼ਨ ਕਿੰਨੀ ਹੈ, ਤੁਹਾਡਾ ਪੁਰਾਣਾ ਕੋਈ ਐਕਸਪੀਰੀਅੰਸ ਸੀਗਾ, ਉਹਦਾ ਤੁਹਾਡੇ ਕੋਲ ਕੀ ਐਵੀਡੈਂਸ ਹੈਗਾ, ਤੁਹਾਡੀ ਵਾਈਫ ਦੀ ਕੀ ਐਜੂਕੇਸ਼ਨ ਹੈ, ਉਸ ਤੋਂ ਬਾਅਦ ਦੇਖਿਆ ਜਾ ਸਕਦਾ ਕਿੰਨੇ ਪੁਆਇੰਟਸ ਬਣਦੇ ਆ, ਤੇ ਉਹਦੇ ਹਿਸਾਬ ਨਾਲ ਐਪਲੀਕੇਸ਼ਨ ਫਾਈਲ ਕੀਤੀ ਜਾ ਸਕਦੀ ਹੈਗੀ ਹੈ। ਕਿਉਂਕਿ ਤੁਸੀਂ ਵਰਕ ਪਰਮਿਟ ਤੇ ਹੋ, ਇਸ ਲਈ ਤੁਹਾਨੂੰ 50 ਪੁਆਇੰਟਸ ਉਹਦੇ ਵੀ ਮਿਲਣੇ ਆ ਜੀ। ਸੋ ਐਪਲੀਕੇਸ਼ਨ ਕਰਨ ਲਈ ਤੁਸੀਂ ਕੈਨੇਡੀਅਨ ਕਲਾਸ ਐਕਸਪੀਰੀਅੰਸ ਕਲਾਸ 1 ਸਾਲ ਤੋਂ ਬਾਅਦ ਐਲੀਜੀਬਲ ਹੋ? ਹਾਂਜੀ ਐਲੀਜੀਬਲ ਹੋ।
ਪਰ ਤੁਹਾਡੇ ਪੁਆਇੰਟਸ ਕਿੰਨੇ ਬਣਨਗੇ ਇਹ ਤੁਹਾਡੇ ਨਾਲ ਗੱਲਬਾਤ ਕਰਕੇ ਹੀ ਕੈਲਕੂਲੇਟ ਕੀਤਾ ਜਾ ਸਕਦਾ ਹੈ ਜੀ। ਜੀ ਬਿਲਕੁਲ। ਇਸ ਤੋਂ ਬਾਅਦ ਅਸੀਂ ਇੱਕ ਗੱਲ ਕਰਾਂਗੇ ਸਰ, ਬਿਲਕੁਲ ਇਹਨੂੰ ਜੀ ਥੋੜਾ ਜਿਹਾ ਸ਼ਾਰਟ ਮੁਕਾਈਏ, ਆਪਾਂ ਨੈਕਸਟ ਟੌਪਿਕ ਤੇ ਵੀ ਆਉਣਾ ਹੈ students ਬਿਲਕੁਲ ਦੇ ਜੀ। ਵਿੱਚ। ਕਿਉਂਕਿ ਮੈਂ ਬਹੁਤ ਕੰਸਰਨਡ ਸੀ ਉਹਨਾਂ 12 ਲੋਕਾਂ ਲਈ ਜਿਹਨਾਂ ਨੂੰ ਵਾਪਸ ਭੇਜਿਆ ਗਿਆ ਜੀ। ਸੋ ਉਸ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇ ਕਿ ਉਹਨਾਂ ਨੂੰ ਵਾਪਸ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ, ਜਾਂ ਉਹਨਾਂ ਨੂੰ ਹੋਰ ਕਿਹੜੇ ਐਫਰਟਸ ਕਰਨੇ ਚਾਹੀਦੇ ਨੇ ਕਿ ਉਹ ਵਾਪਸ ਆਉਣ। ਤੇ ਦੂਜਾ, ਜੇ ਅੰਗਰੇਜ਼ੀ ਨਹੀਂ ਆਈ ਤੇ ਆਫੀਸਰ ਨੇ ਲਿਖਿਆ ਹੈਗਾ ਤੇ ਉਹਨਾਂ ਨੇ ਆਪਣੇ ਹੱਕਾਂ ਦੀ ਵਰਤੋਂ ਨਹੀਂ ਕੀਤੀ ਤਾਂ ਉਹਨਾਂ ਲਈ ਬਹੁਤ ਮੁਸ਼ਕਲ ਖੜੀ ਹੋ ਸਕਦੀ ਹੈ ਜੀ। ਸਰ। ਮਤਲਬ ਇਨ ਫਿਊਚਰ ਸਪੋਜ਼ ਕਿਸੇ ਨੂੰ ਲੱਗ ਰਿਹਾ ਹੈ ਕਿ ਉਹਨੂੰ ਗਲਤ ਤਰੀਕੇ ਦੇ ਨਾਲ ਵਾਪਸ ਭੇਜਿਆ ਜਾ ਰਿਹਾ, ਜਿਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਹੈ, ਸੋ ਉਹਨੂੰ ਮਤਲਬ ਇਹ ਰਾਈਟ ਹੈ, ਇੱਕ ਮਿੰਟ ਸਰ ਪਲੀਜ਼ ਹੋਲਡ ਕਰਿਓ, ਉਹਨੂੰ ਇਹ ਰਾਈਟ ਹੈ ਕਿ ਉਹ ਆਪਣੇ ਲਈ ਅੱਗੇ ਕਦਮ ਚੁੱਕ ਸਕਦਾ ਤੇ ਇਸ ਗੱਲ ਨੂੰ ਰਿਫਿਊਜ਼ ਕਰ ਸਕਦਾ ਕਿ ਮੈਂ ਹਾਂਜੀ ਬਿਲਕੁਲ ਤਰਨ। ਜਦੋਂ ਆਫੀਸਰ ਤੁਹਾਨੂੰ ਆਖਦਾ ਕਿ ਤੂੰ ਆਪਣੀ ਐਪਲੀਕੇਸ਼ਨ ਟੂ ਐਂਟਰ ਵਿਡਰਾ ਕਰ ਤੇ ਤੁਸੀਂ ਉਹਨੂੰ ਨਾ ਕਰੋ, ਉਹ ਨਾ ਕਰੋ, ਉਹਨੂੰ ਰਿਪੋਰਟ ਲਿਖਣੀ ਹੀ ਪੈਣੀ ਹੈ। ਉਹ ਕਿਉਂ ਐਪਲੀਕੇਸ਼ਨ ਵਿਡਰਾ ਕਰਨ ਦੇ ਉੱਤੇ ਜ਼ਿਆਦਾ ਜਿਹੜਾ ਇਨਸਿਸਟ ਕਰਦੇ ਆ ਜੀ, ਉਹ ਇਸ ਕਰਕੇ ਕਰਦੇ ਆ ਕਿਉਂਕਿ ਰਿਪੋਰਟ ਲਿਖਣ ਨੂੰ ਬਹੁਤ ਲੰਬਾ ਸਮਾਂ ਚਾਹੀਦਾ। 6 ਤੋਂ 7 ਘੰਟੇ ਦਾ ਇੰਟਰਵਿਊ ਕਰਨਾ ਹੈ, ਉਹ ਤੋਂ ਬਾਅਦ ਫਿਰ ਸੁਪਰਵਾਈਜ਼ਰ ਨਾਲ ਗੱਲ ਕਰਨੀ ਹੈ, ਫਿਰ ਰਿਪੋਰਟ ਪ੍ਰਿਪੇਅਰ ਹੋਣੀ ਹੈ, ਤੇ ਉਹਦਾ ਬਹੁਤ ਸਾਰਾ ਸਮਾਂ ਉਹ 'ਚ ਗੁਜ਼ਰ ਜਾਂਦਾ। ਜੇ ਬੰਦਾ ਐਪਲੀਕੇਸ਼ਨ ਵਿਡਰਾ ਕਰ ਲੇ ਤਾਂ ਉਹਦਾ ਕੋਈ ਸਮਾਂ ਹੀ ਨਹੀਂ ਲੱਗਦਾ, ਅਗਲੇ ਜਹਾਜ਼ 'ਚ ਬਿਠਾ ਕੇ ਉਹਨੂੰ ਵਾਪਸ ਭੇਜ ਦਿੱਤਾ ਜਾਂਦਾ। ਦਰਸ਼ਕ ਜੁੜ ਕੇ ਇੱਕ ਹੋਰ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਮੈਂ ਸਰ ਸਕੈਚਵਨ ਤੋਂ ਬੋਲਦਾ ਜੀ। ਜੀ ਦੱਸੋ ਕੀ ਸਵਾਲ ਹੈ? ਹਾਂਜੀ ਮੈਂ ਸਰ ਨੂੰ ਪੁੱਛਣਾ ਸੀਗਾ, ਮੇਰੇ ਨਾ ਸਿਸਟਰ ਸੀਗਾ, ਉਹ ਵੇਸਟਰ ਦੇ ਇੱਥੇ ਸੀਗੇ ਜੀ, ਤੇ ਉਹਨਾਂ ਦੀ ਸੀਗੀ ਐਂਟਰੀ ਅਗਸਤ 19 ਤੱਕ ਸੀਗੀ, ਆਪਾਂ ਐਂਟਰੀ ਉਹਨਾਂ ਦੀ ਐਕਸਟੈਂਸ਼ਨ ਪਾ ਦਿੱਤੀ ਸੀਗੀ ਤੇ ਉਹਨਾਂ ਨੂੰ ਕਿਵੇਂ ਆ ਜਿਹੜਾ ਹੁਣ ਆਇਆ ਸੀਗਾ ਵਿਜ਼ਟਰ ਵਾਲੇ ਆਪਣੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ, ਜੌਬ ਆਫਰ ਲਈ ਕਿਵੇਂ ਉਹ ਐਲੀਜੀਬਲ ਹੋ ਸਕਦੇ? ਹਾਂਜੀ। ਸੋ ਬਹੁਤ ਵਧੀਆ ਸਵਾਲ ਹੈ, ਐਕਚੁਅਲੀ ਆਪਾਂ ਅਗਲੇ ਟੌਪਿਕ ਦੇ ਵਿੱਚ ਡਿਸਕਸ ਕਰਨ ਲੱਗੇ ਹਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜਿਸ ਤੋਂ ਜੇ ਪਰਟੀਕੂਲਰ ਸਵਾਲ ਦਾ ਹੀ ਜਵਾਬ ਦੇਣਾ ਹੋਵੇ ਤਰਨ, ਤਾਂ ਉਹ ਇਸ ਵੇਲੇ ਇੰਪਲਾਈਡ ਸਟੇਟਸ ਦੇ ਉੱਤੇ ਹੈਗੇ ਨੇ। ਸੋ ਇੱਕ ਅਰਜ਼ੀ ਆਲਰੇਡੀ ਉਹ ਕਰ ਚੁੱਕੇ ਨੇ, ਸੋ ਹੁਣ ਉਹ ਇੱਕ ਇੰਟੈਂਟ ਚੇਂਜ ਕਰਕੇ ਹੋਰ ਅਰਜ਼ੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਉਹਨਾਂ ਦਾ ਕਾਨੂੰਨ ਹੈ ਉਹ ਕਹਿੰਦਾ ਕਿ ਤੁਹਾਡਾ ਸਟੇਟਸ ਹੈ ਜਿਹੜਾ ਵੈਲਿਡ ਹੋਣਾ ਚਾਹੀਦਾ। ਇੰਪਲਾਈਡ ਦਾ ਮਤਲਬ ਵੈਲਿਡ ਨਹੀਂ ਹੈਗਾ, ਇੰਪਲਾਈਡ ਦਾ ਮਤਲਬ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ। ਸੋ ਜਦੋਂ ਤੱਕ ਉਹਨਾਂ ਕੋਲ ਵਿਜ਼ਟਰ ਰੈਕਟ ਨਵਾਂ ਨਹੀਂ ਆ ਜਾਂਦਾ ਉਦੋਂ ਤੱਕ ਉਹ ਐਲੀਜੀਬਲ ਨਹੀਂ ਹੈਗੇ ਆ। ਹਾਂਜੀ ਆਫ ਕੋਰਸ ਉਹ 31 ਮਾਰਚ ਤੋਂ ਪਹਿਲਾਂ ਆਏ ਜਾਊਗਾ ਕਿਉਂਕਿ ਜਿਹਨਾਂ ਨੇ ਹੁਣ ਅਪਲਾਈ ਕਰਿਆ ਤੇ 31 ਮਾਰਚ ਦੇ ਦਿਨ ਤੋਂ ਪਹਿਲਾਂ ਤੁਸੀਂ ਦੁਬਾਰੇ ਵਰਕ ਪਰਮਿਟ ਲਈ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦੇ ਹੋ, ਪ੍ਰੋਵਾਈਡਡ ਤੁਹਾਡਾ ਜਿਹੜਾ ਸਟੇਟਸ ਹੈ ਉਹ 24 ਅਗਸਤ ਤੋਂ ਪਹਿਲਾਂ ਵੈਲਿਡ ਸੀਗਾ। ਸੋ ਇਹਨਾਂ ਦੇ ਕੇਸ ਦੇ ਵਿੱਚੋਂ ਸੀਗਾ ਜੀ। ਸਰ ਆਪਾਂ ਹੁਣ ਵਰਕ ਪਰਮਿਟ ਦੇ ਉੱਤੇ ਆਈਏ, ਮੁੱਦੇ ਦੇ ਉੱਤੇ ਆਈਏ। ਲਾਸਟ ਟਾਈਮ ਵੀ ਆਪਾਂ ਇਸ ਉੱਤੇ ਡਿਸਕਸ਼ਨ ਕੀਤੀ ਸੀ ਕਿ ਵਿਜ਼ਟਰ ਵੀਜ਼ਾ ਵਾਲੇ ਜਿਹੜੇ ਆ ਵਰਕ ਪਰਮਿਟ ਲੈ ਸਕਦੇ ਨੇ ਜੀ। ਬਹੁਤ ਸਾਰੇ ਲੋਕਾਂ ਨੂੰ ਹੁਣ ਇਹ ਕਨਫਿਊਜ਼ਨ ਹੋ ਰਹੀ ਹੈ, ਲੱਗ ਰਿਹਾ ਕਿ ਜਿਹੜੇ ਵੀ ਇੱਥੇ ਆਏ ਨੇ ਉਹ ਹਰ ਕਿਸੇ ਨੂੰ ਵਰਕ ਪਰਮਿਟ ਜਿਹੜਾ ਉਹ ਮਿਲ ਸਕਦਾ ਹੈ। ਕੀ ਇਹ ਵਾਕਈ ਹੈ ਕਿ ਜਿੰਨੇ ਵੀ ਉਰੇ ਵਿਜ਼ਟਰ ਵੀਜ਼ਾ ਤੇ ਆਏ ਨੇ ਜੇ ਉਹ ਚਾਹਣ ਤਾਂ ਸਾਰਿਆਂ ਨੂੰ ਵਰਕ ਪਰਮਿਟ ਮਿਲ ਸਕਦਾ? ਇਹ ਪਿਛਲੇ ਹਫ਼ਤੇ ਦੌਰਾਨ ਬਹੁਤ ਸੁਣਨ ਨੂੰ ਮਿਲਿਆ ਜੀ ਕਿ ਸਰਕਾਰ ਨੇ ਸਾਰੇ ਵਿਜ਼ਟਰ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਦੇ ਦੇਣਾ। ਸੋ ਬਿਲਕੁਲ ਸਹੀ ਨਹੀਂ ਹੈਗਾ। ਜਿਵੇਂ ਆਪਾਂ ਪਹਿਲੇ ਹਿੱਸੇ ਦੇ ਵਿੱਚ ਵੀ ਗੱਲ ਕਰ ਰਹੇ ਸੀ ਕਿ ਜਿਹੜਾ ਵਰਕਰ ਹੈ ਉਹਦੀ ਜ਼ਰੂਰਤ ਹੈਗੀ ਹੈ ਕਿ ਉਹਦਾ ਮੈਂਡੇਟਡ ਹੈ ਹੋ ਗਿਆ ਆਪਣੀਆਂ ਜੋ ਕੰਮ ਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦਾ ਹੋਵੇ। ਜੋ ਕੰਮ ਦੀ ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰਦਾ ਤਾਂ ਫਿਰ ਉਹ ਐਲੀਜੀਬਲ ਨਹੀਂ ਹੈਗਾ। ਤੇ ਦੂਜਾ ਇੱਕ ਹੋਰ ਮਿਸਕਨਸੈਪਸ਼ਨ ਇਹਦੇ ਨਾਲ ਜੁੜਿਆ ਹੋਇਆ ਸੀ, ਉਹ ਇਹ ਸੀਗਾ ਕਿ ਜਿੰਨੇ ਵਰਕਰ ਹੋ ਜਾਣਗੇ ਉਹ ਸਾਰਿਆਂ ਨੂੰ ਪਰਮਾਨੈਂਟ ਰੈਜ਼ੀਡੈਂਸ ਮਿਲ ਜਾਣੀ ਹੈ ਜੀ। ਸੋ ਇਹ ਬਿਲਕੁਲ ਦੋਏ ਜਿਹੜੀਆਂ ਚੀਜ਼ਾਂ ਨੇ ਇਹ ਬਿਲਕੁਲ ਸਹੀ ਨਹੀਂ ਹੈਗੀਆਂ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਵਿਜ਼ਿਟਰ ਜਿਹੜੇ ਲੋਕ ਆਏ ਹੈਗੇ ਨੇ ਉਹ ਸਰਟਨ ਕੰਡੀਸ਼ਨਸ 'ਚ ਐਲੀਜੀਬਲ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਰੀਟਰੇਟ ਕਰਦਾ ਜੀ ਕੋਈ ਬਦਲਾਅ ਨਹੀਂ ਹੋਇਆ ਕਾਨੂੰਨ ਦੇ ਵਿੱਚੋਂ, ਸਿਰਫ ਅਰਜ਼ੀ ਕਰਨ ਦੀ ਇਜਾਜ਼ਤ ਮਿਲੀ ਹੈਗੀ ਆ। ਸੋ ਪਹਿਲਾਂ ਵੀ ਵਿਜ਼ਟਰ ਆਉਂਦੇ ਸੀ ਉਹ ਵਰਕ ਪਰਮਿਟ ਲੈ ਸਕਦੇ ਸੀ, ਪਰ ਉਹਨਾਂ ਦਾ ਜਿਹੜਾ ਤਰੀਕਾ ਸੀ ਵਰਕ ਪਰਮਿਟ ਲੈਣ ਦਾ ਉਹ ਇਹ ਸੀ ਕਿ ਉਹ ਵਰਕ ਪਰਮਿਟ ਲੈਣ ਲਈ ਉਹਨਾਂ ਨੂੰ ਬਾਰਡਰ ਤੇ ਜਾਣਾ ਪੈਂਦਾ ਸੀ। ਬਾਰਡਰ ਤੇ ਜਾ ਕੇ ਆਫਿਸਰ ਹੈ ਜਿਹੜਾ ਉਹਨਾਂ ਦਾ ਇਨ ਪਰਸਨ ਇੰਟਰਵਿਊ ਕਰਦਾ ਸੀ। ਉਹ ਇੰਟਰਵਿਊ ਕਰਨ ਤੋਂ ਬਾਅਦ ਆਫਿਸਰ ਡਿਸਾਈਡ ਕਰਦਾ ਸੀ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ। ਸੋ ਇਹ ਕਾਨੂੰਨ ਪਹਿਲਾਂ ਵੀ ਸੀ। ਹੁਣ ਉਹਨਾਂ ਨੂੰ ਬਾਰਡਰ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਬਦਲਾਅ ਸਿਰਫ ਇਹ ਹੋਇਆ ਹੈ। ਸੋ ਹੁਣ ਉਹ ਆਪਣੀ ਅਰਜ਼ੀ ਜਿਹੜੀ ਹੈਗੀ ਆ ਉਹ ਇਮੀਗ੍ਰੇਸ਼ਨ ਮਹਿਕਮੇ ਨੂੰ ਕਰ ਸਕਦੇ ਆ ਤੇ ਇਮੀਗ੍ਰੇਸ਼ਨ ਆਫਿਸਰ ਹੈ ਜਿਹੜਾ ਉਹ ਫੈਸਲਾ ਕਰੂ। ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਆਫਿਸਰ ਫੈਸਲਾ ਕਰਦਾ ਸੀ, ਹੁਣ ਇਮੀਗ੍ਰੇਸ਼ਨ ਆਫਿਸਰ ਫੈਸਲਾ ਕਰੂਗਾ। ਪਰ ਕਾਨੂੰਨ ਤਾਂ ਸਟਿਲ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਹੈ ਜੀ, ਉਹ ਤਾਂ ਬਦਲਿਆ ਨਹੀਂ ਹੈਗਾ। ਤੇ ਹਾਂ ਇਹਦੇ 'ਚ ਇਹ ਫਰਕ ਜ਼ਰੂਰ ਪਿਆ ਕਿ ਜਿਹੜੀ ਤੁਸੀਂ ਅਰਜ਼ੀ ਕਰਨੀ ਹੈ ਉਹ ਤੁਸੀਂ ਜੋ ਸਬੂਤ ਦੇ ਤੌਰ ਤੇ ਪੇਸ਼ ਕਰੋਗੇ ਕਾਗਜ਼ ਪੱਤਰ ਉਹਦੇ ਤੇ ਫੈਸਲਾ ਕੀਤਾ ਜਾਊਗਾ। ਇਹਦੇ 'ਚ ਇਨ ਪਰਸਨ ਇੰਟਰਵਿਊ ਹੈ ਜਿਹੜੀ ਉਹ ਨਹੀਂ ਹੋਊਗੀ। ਇਨ ਪਰਸਨ ਇੰਟਰਵਿਊ ਤਾਂ ਹੀ ਹੋਊਗੀ ਜੇ ਉਹ ਰਿਕੁਆਇਰਡ ਹੈਗੀ ਹੈ, ਉਹ ਵੀ ਫਿਰ ਤੁਹਾਡੇ ਲੋਕਲ ਆਫਿਸ ਨੂੰ ਫਾਈਲ ਭੇਜੀ ਜਾਊਗੀ ਕਿਉਂਕਿ ਜਿਹੜੇ ਵਰਕ ਪਰਮਿਟ ਦੇ ਕੇਸ ਨੇ
ਇਹ ਐਡਮਿੰਟਨ ਆਫਿਸ ਹੈ ਜਿਹੜਾ ਉਹ ਡੀਲ ਕਰਦਾ CPC ਐਡਮਿੰਟਨ। ਪਰ ਜੇ ਕਿਸੇ ਦੀ ਇੰਟਰਵਿਊ ਕਰਨੀ ਹੈ ਤਾਂ ਐਡਮਿੰਟਨ, ਜੇ ਕੋਈ ਟੋਰਾਂਟੋ 'ਚ ਹੈਗਾ ਜਾਂ ਵੈਨਕੂਵਰ 'ਚ, ਐਡਮਿੰਟਨ ਦਾ ਨਹੀਂ ਜਾਊਗਾ ਨਾ, ਤਾਂ ਉੱਥੇ ਉਹਦੀ ਫਾਈਲ ਹੈ ਜਿਹੜੀ ਉੱਥੇ ਟ੍ਰਾਂਸਫਰ ਕਰ ਦਿੱਤੀ ਜਾਊਗੀ, ਜਿਵੇਂ ਆਪਣੇ ਕੇਸ ਦੇ ਵਿੱਚ ਨਿਆਗਰਾ ਫਾਲਸ ਜਾਂ ਇਟੋਬਿਕੋ ਦੇ ਵਿੱਚੋਂ। ਤੇ ਜਿਹੜਾ ਯੂਜੂਅਲੀ ਇਹਨਾਂ ਕੇਸਿਸ 'ਚ ਇੰਟਰਵਿਊ ਨਹੀਂ ਹੋਊ, ਕਿਉਂਕਿ ਆਫਿਸਰ ਨੇ ਸੈਕਸ਼ਨ 204 ਜਾਂ ਸੈਕਸ਼ਨ 205 ਦੇ ਥੱਲੇ ਫੈਸਲਾ ਜਿਹੜਾ ਕਰਨਾ ਹੈਗਾ, ਇਹ ਦੇਖ ਕੇ ਕਿ ਬੰਦਾ ਇਹ ਪਰਟੀਕੂਲਰ ਕੰਮ ਕਰਨ ਦੀ ਕਾਬਲੀਅਤ ਹੈ ਜਿਹੜੀ ਉਹ ਰੱਖਦਾ ਜਾਂ ਨਹੀਂ ਰੱਖਦਾ ਹੈਗਾ। ਸੋ ਜੇ ਕੋਈ ਵਿਜ਼ਿਟਰ ਉਹ ਕਾਬਲੀਅਤ ਨਹੀਂ ਰੱਖਦਾ ਤੇ ਉਹਦੇ ਕੋਲ LMI ਹੈਗਾ ਤਾਂ ਵੀ ਉਹਦਾ ਕੇਸ ਹੈ ਜਿਹੜਾ ਉਹ ਰਿਫਿਊਜ਼ ਹੋ ਸਕਦਾ ਹੈਗਾ। ਸੋ ਸਭ ਤੋਂ ਪਹਿਲਾ ਪੱਖ ਇਹ ਹੈਗਾ ਕਿ ਜਿਸ ਵਰਕ ਪਰਮਿਟ ਲਈ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਉਹਦੀਆਂ ਰਿਕੁਆਇਰਮੈਂਟਸ, ਉਹ ਕੰਮ ਦੀਆਂ ਰਿਕੁਆਇਰਮੈਂਟਸ ਤੁਸੀਂ ਪੂਰੀਆਂ ਕਰਦੇ ਆ ਤਾਂ ਹੀ ਤੁਹਾਨੂੰ ਅਪਲਾਈ ਕਰਨਾ ਚਾਹੀਦਾ। ਜੇ ਤੁਸੀਂ ਉਹ ਕੰਮ ਦੀਆਂ ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰਦੇ ਫਿਰ ਉਹ ਤੁਹਾਨੂੰ ਨਹੀਂ ਅਪਲਾਈ ਕਰਨਾ ਚਾਹੀਦਾ, ਕਿਉਂਕਿ ਜਿਹੜਾ ਇਹਦੀਆਂ ਕੌਨਸੀਕੁਐਂਸਿਸ ਬਹੁਤ ਸੀਰੀਅਸ ਹੈਗੀਆਂ ਨੇ ਕਰਨ, ਜੇ ਕਿਸੇ ਦਾ ਕੇਸ ਰਿਫਿਊਜ਼ ਹੋ ਜਾਂਦਾ, ਕਿਉਂਕਿ ਉਹ ਵਿਜ਼ਿਟਰ ਆਇਆ ਪਹਿਲਾਂ, ਹੁਣ ਉਹਨੇ ਆਪਦਾ ਇੰਟੈਂਟ ਹੈ ਜਿਹੜਾ ਮਕਸਦ ਹੈ ਮਨਸੂਬਾ ਉਹ ਬਦਲ ਲਿਆ, ਤੇ ਜੇ ਉਹ ਬਦਲੇ ਹੋਏ ਮਨਸੂਬੇ ਦੇ ਵਿੱਚੋਂ ਉਹਦਾ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਇੱਥੋਂ ਇਹ ਪਤਾ ਲੱਗਦਾ ਹੈ ਕਿ ਉਹਦੀ ਕੈਨੇਡਾ ਛੱਡ ਕੇ ਜਾਣ ਦੀ ਕੋਈ ਇੱਛਾ ਨਹੀਂ ਹੈਗੀ ਹੈ, ਕਿਉਂਕਿ ਵਿਜ਼ਿਟਰ ਦੇ ਉੱਤੇ ਰਿਕੁਆਇਰਮੈਂਟ ਹੈ ਕਿ ਉਹ ਤੋਂ ਬਾਅਦ ਉਹਨੇ ਕੈਨੇਡਾ ਲੀਵ ਕਰਕੇ ਜਾਣਾ ਹੈ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਅਸੀਂ ਆਪਣਾ ਬ੍ਰੈਂਪਟਨ ਤੋਂ ਬੋਲਦੇ ਹਾਂ ਜੀ। ਜੀ ਦੱਸੋ ਕੀ ਸਵਾਲ ਹੈ? ਮੈਂ ਤਾਂ ਇੱਥੇ PR ਹਾਂ ਤੇ ਮੇਰਾ ਲੜਕਾ ਨਾ ਵਿਜ਼ਟਰ ਵੀਜ਼ੇ ਤੇ ਤਾਂ 2 ਦਿਨ ਆ ਕੇ ਵਾਪਸ ਮੁੜ ਗਿਆ। ਜੀ ਹੈਲੋ, ਹਾਂਜੀ, ਹਾਂ ਰੱਖੋ ਆਪਣਾ ਸਵਾਲ ਰੱਖੋ ਜੀ। ਹਾਂਜੀ ਜੀ ਸਰ, ਤੁਹਾਡਾ ਸਵਾਲ ਕੀ ਹੈ? ਪਲੀਜ਼ ਤੁਸੀਂ ਆਪਣੀ ਟੀਵੀ ਸਕਰੀਨ ਛੱਡ ਕੇ ਸਿੱਧਾ ਫੋਨ ਤੇ ਸਾਡੇ ਨਾਲ ਗੱਲ ਕਰੋ। ਟੀਵੀ ਸਕਰੀਨ ਦੀ ਜਗ੍ਹਾ ਫੋਨ ਤੇ ਸਿੱਧਾ ਸਾਡੇ ਨਾਲ ਗੱਲ ਕਰੋ। ਤੁਹਾਡਾ ਸਵਾਲ ਕੀ ਹੈ? ਉਹ ਬੇਟਾ ਮੈਂ ਉਹਨੂੰ ਕਹਿੰਦਾ ਆਪਣਾ ਇੱਥੇ ਟੋਰਾਂਟੋ 'ਚ ਆਪਾਂ ਉਹਦਾ ਵਰਕ ਪਰਮਿਟ ਦੇ ਬਾਰੇ ਪੁੱਛਣਾ ਸੀ ਜੀ। ਹਾਂਜੀ, ਉਹ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈ ਜਾਂ ਕੈਨੇਡਾ ਛੱਡ ਕੇ ਚਲਿਆ ਗਿਆ ਜੀ? ਉਹ ਜੀ ਚਲਾ ਗਿਆ 2 ਦਿਨ ਆ ਕੇ ਵਾਪਸ ਚਲਾ ਗਿਆ, ਤਾਂ ਵੀਜ਼ਾ ਲੱਗਿਆ ਹੋਇਆ ਸੀ 7 ਸਾਲ ਦਾ, ਉਹ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਉਹਦਾ। ਹਾਂਜੀ, ਉਹ ਜਿਹੜਾ ਕਰੰਟ ਸਿਚੁਏਸ਼ਨ ਹੈ ਉਹ 'ਚ ਐਲੀਜੀਬਲ ਨਹੀਂ ਹੈਗਾ, ਕਿਉਂਕਿ ਉਹਦੇ 'ਚ ਜਿਹੜੀ ਕੰਡੀਸ਼ਨ ਹੈ ਕਿ ਤੁਸੀਂ ਕੈਨੇਡਾ 'ਚ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ ਤੇ 24 ਅਕਤੂਬਰ ਤੋਂ ਪਹਿਲਾਂ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ। ਸੋ ਜੇ ਹੁਣ 24 ਅਕਤੂਬਰ ਤੋਂ ਬਾਅਦ ਵੀ ਆਉਂਦਾ, ਵੈਸੇ ਤਾਂ ਹਾਲੇ ਆ ਨਹੀਂ ਸਕਦੇ ਕਿਉਂਕਿ ਟਰੈਵਲ ਰਿਸਟ੍ਰਿਕਸ਼ਨਸ ਨੇ ਉਹਦੀ ਸੈਪਟੈਂਬਰ ਤੱਕ ਵੱਧ ਗਈਆਂ ਨੇ, ਤੇ ਤਾਂ ਵੀ ਤੁਸੀਂ ਐਲੀਜੀਬਲ ਹੈ ਜਿਹੜੇ ਉਹ ਨਹੀਂ ਹੁੰਦੇ, ਸੋ ਉਹ ਨਹੀਂ ਅਪਲਾਈ ਕਰ ਸਕਦੇ ਜੀ। ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ। ਤੇ ਜੀ ਸਰ, ਹਾਂਜੀ, ਸੋ ਕੌਨਸੀਕੁਐਂਸਿਸ ਨੇ ਜਿਹੜੀਆਂ ਉਹ ਬਹੁਤ ਜਿਹੜੀਆਂ ਬੈਡ ਹੈਗੀਆਂ ਨੇ, ਕਿਉਂਕਿ ਜਦੋਂ ਹੀ ਜੇ ਤੁਹਾਡਾ ਵਰਕ ਪਰਮਿਟ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਇਹਦੇ ਥੱਲੇ, ਤਾਂ ਨਾਲ ਦੀ ਨਾਲ ਤੁਹਾਡੇ ਖਿਲਾਫ ਰਿਮੂਵਲ ਆਰਡਰ ਵੀ ਇਸ਼ੂ ਕੀਤਾ ਜਾਊਗਾ, ਕਿਉਂਕਿ ਤੁਸੀਂ ਆਪਣੀ ਇੰਟੈਂਟ ਹੈ ਜਿਹੜੀ ਉਹ ਚੇਂਜ ਕਰ ਲਈ ਹੋਈ ਹੈ। ਸੋ ਜੋ ਬਾਰਡਰ ਤੇ ਵੀ ਕੋਈ ਜਾ ਕੇ ਵਰਕ ਪਰਮਿਟ ਅਪਲਾਈ ਕਰਦਾ ਸੀ ਤੇ ਉਹਦਾ ਵਰਕ ਪਰਮਿਟ ਰਿਫਿਊਜ਼ ਹੁੰਦਾ ਸੀ, ਉਹਦੇ ਨਾਲ ਰਿਮੂਵਲ ਆਰਡਰ ਉਹਦੇ ਖਿਲਾਫ ਇਸ਼ੂ ਹੁੰਦਾ ਸੀ। ਸੋ ਜੇ ਤੁਸੀਂ ਗਲਤੀ ਨਾਲ ਵਰਕ ਪਰਮਿਟ ਅਪਲਾਈ ਕਰ ਲਿਆ ਹੈ ਤੇ ਜਿਹੜਾ ਕਿ ਤੁਸੀਂ ਜਿਹਦੇ ਲਈ ਐਲੀਜੀਬਲ ਨਹੀਂ ਸੀ, ਕਿਉਂਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੇ ਭੁਲੇਖੇ ਦੇ ਵਿੱਚੋਂ ਜਾਂ ਉਹਨਾਂ ਨੂੰ ਇਹ ਹੋਊਗਾ ਕਿ ਅਸੀਂ ਓਪਰਚੁਨਿਟੀ ਅਵੇਲ ਕਰੀਏ, ਜਾਂ ਇਹੋ ਜਿਹੇ ਵੀ ਕਈ ਕਾਉਂਸਲ ਹੋਣਗੇ ਜਿਹੜੇ ਉਹਨਾਂ ਨੂੰ ਇਹ ਚੱਕਰ 'ਚ ਫਸਾ ਦੇਣਗੇ ਜੀ। ਪਰ ਜੇ ਉਹਨਾਂ ਦਾ ਰਿਫਿਊਜ਼ਲ ਹੋ ਜਾਂਦਾ, ਉਸ ਰਿਫਿਊਜ਼ਲ ਨੂੰ ਉਹ ਜ਼ਰੂਰ ਕੋਰਟ ਦੇ ਵਿੱਚੋਂ ਚੈਲੰਜ ਕਰਨ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਆਫਿਸਰ ਹੈ ਉਹਦਾ ਡਿਸੀਜਨ ਆਫ ਗੋਸਪਲ ਨਹੀਂ ਨਾ, ਵਰਡ ਆਫ ਗੋਡ ਨਹੀਂ ਹੈਗਾ, ਇਸ ਲਈ ਤਾਂ ਕੋਰਟ ਬਣੀ ਹੈ ਜੀ, ਕਿਉਂਕਿ ਜੇ ਉਹ ਫੈਸਲਾ ਸਹੀ ਨਹੀਂ ਕਰਦਾ ਤੇ ਉਸ ਤੋਂ ਬਾਅਦ ਕੋਈ ਜੱਜ ਉਹਨੂੰ ਰਿਵਿਊ ਕਰ ਸਕਦਾ। ਸੋ ਜੇ ਉਹਦਾ ਫੈਸਲਾ ਸਹੀ ਨਾ ਹੋਇਆ ਤੇ ਤੁਸੀਂ ਉਹਨੂੰ ਚੈਲੰਜ ਨਾ ਕੀਤਾ ਤਾਂ ਉਹ ਤੁਹਾਡੇ ਖਿਲਾਫ ਹੀ ਵਰਤਿਆ ਜਾਣਾ ਤੇ ਤੁਹਾਨੂੰ ਵਾਪਸ ਆਉਣ ਦੀ, ਜੇ ਤੁਸੀਂ ਰਿਮੂਵਲ ਆਰਡਰ ਥੱਲੇ ਹੋ ਤਾਂ ਉਹਦੀਆਂ ਆਪਣੀਆਂ ਕੌਨਸੀਕੁਐਂਸਿਸ ਨੂੰ ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਜੀ। ਸੋ ਜੇ ਤੁਹਾਨੂੰ ਰਿਫਿਊਜ਼ਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਅਪੀਲ ਹਰ ਹਾਲਾਤ ਦੇ ਵਿੱਚੋਂ ਕਰੋ। ਅਪੀਲ ਕਰਨ ਨਾਲ ਜੇ ਜੱਜ ਸਾਹਿਬ ਇਹ ਫਾਈਂਡ ਆਊਟ ਕਰਦੇ ਨੇ ਕਿ ਉਹ ਡਿਸੀਜਨ ਗਲਤ ਸੀਗਾ ਤਾਂ ਰਿਮੂਵਲ ਆਰਡਰ ਵੀ ਕੈਂਸਲ ਹੋ ਜਾਊਗਾ, ਹੋ ਜਾਣਾ ਫੈਸਲਾ ਗੱਲ ਦਾ, ਰਿਮੂਵਲ ਆਰਡਰ ਵੀ ਕੈਂਸਲ ਹੋ ਜਾਣਾ। ਤੇ ਜੇ ਉਹ ਰਿਮੂਵਲ ਆਰਡਰ ਕੈਂਸਲ ਹੁੰਦਾ ਤਾਂ ਤੁਹਾਡਾ ਸਟੇਟਸ ਜੋ ਪਹਿਲਾਂ ਸੀ ਉਹੀ ਬਰਕਰਾਰ ਰਹਿ ਜਾਂਦਾ ਹੈ, ਮਤਲਬ ਤੁਸੀਂ ਕੋਈ ਗਲਤੀ ਨਹੀਂ ਕੀਤੀ, ਗਾਹਾਂ ਨੂੰ ਤੁਹਾਡੀਆਂ ਕੈਨੇਡਾ 'ਚ ਆਪਸ਼ਨਸ ਨੇ ਜਿਹੜੀਆਂ ਉਹ ਖੁੱਲੀਆਂ ਰਹਿ ਜਾਂਦੀਆਂ ਨੇ। ਜੇ ਤੁਸੀਂ ਉਹਨੂੰ ਚੈਲੰਜ ਨਾ ਕੀਤਾ ਤੇ ਰਿਮੂਵਲ ਆਰਡਰ ਇਸ਼ੂ ਹੋ ਗਿਆ ਤੇ ਜੇ ਤੁਹਾਨੂੰ ਕੈਨੇਡਾ 'ਚੋਂ ਜਾਣਾ ਪਿਆ ਤੇ ਫਿਰ ਤੁਸੀਂ ਬਿਨਾਂ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਅਰਜ਼ੀ ਕਰੇ ਵਾਪਸ ਨਹੀਂ ਆ ਸਕਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਤੁਹਾਡਾ ਆ ਰਹੀ ਹੈ ਜੀ, ਆਵਾਜ਼ ਆ ਰਹੀ ਹੈ, ਦੱਸੋ ਜੀ ਕਿੱਥੋਂ ਬੋਲ ਰਹੇ ਹੋ?
ਕਾਲਜ ਦੱਸਿਓ। ਹਾਂਜੀ ਮੈਂ ਬੀਸੀਏ ਕੀਤੀ ਹੈ 2011 ਵਿੱਚ ਤੇ ਐਮਬੀਏ ਕੀਤੀ 2014 ਦੇ ਵਿੱਚ ਐਂਡ ਆਈ ਵਿਲ 6.5 ਕੁਝ ਪੁੱਛਣਾ ਹਾਂਜੀ, ਕੀ ਕੰਮ ਕਰਦੇ ਹੋ ਤੁਸੀਂ? ਮੈਂ ਨਿਊ ਪ੍ਰਿੰਟਿੰਗ ਕਰਦੀ ਹੈ ਜੀ ਅੰਦਰ ਹੀ ਇੰਡੀਆ ਵਿੱਚ। ਜੀ ਹਾਂਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤੁਹਾਨੂੰ ਜਿਹੜਾ ਵਿਜ਼ਟ ਵੀਜ਼ਾ ਹੈਗਾ ਉਹ ਸੈਕਸ਼ਨ 179 ਉਹਨੂੰ ਰੈਗੂਲੇਟ ਕਰਦਾ ਹੈਗਾ। 179 ਜਿਹੜਾ ਆਫਿਸਰ ਨੂੰ ਇਹ ਅਧਿਕਾਰ ਦਿੰਦਾ ਕਿ ਆਪਣੇ ਇੰਡੀਵਿਜੂਅਲ ਨੂੰ ਵੀਜ਼ਾ ਨਾ ਇਸ਼ੂ ਕੀਤਾ ਜਾਵੇ ਜੇ ਇੰਡੀਵਿਜੂਅਲ ਨੇ ਕੈਨੇਡਾ ਤੋਂ ਆਪਣਾ ਵਾਪਸ ਨਹੀਂ ਆਉਣਾ ਹੈਗਾ। ਸੋ ਵਾਪਸ ਨਾ ਆਉਣ ਲਈ ਅੱਗੇ ਉਹਦੀ ਜਿਹੜੇ ਸਬਸੈਕਸ਼ਨਸ ਨੂੰ ਦੇਖਿਆ ਜਾਂਦਾ, ਪਰਪਸ ਆਫ ਵਿਜ਼ਿਟ ਕੀ ਹੈਗਾ ਤੇ ਉਸ ਤੋਂ ਬਾਅਦ ਉਹਦੀ ਜਿਹੜਾ ਹੋਮ ਕੰਟਰੀ ਉਹਦੇ ਨਾਲ ਕੀ ਟਾਈਜ਼ ਨੇ ਤੇ ਇਹਦੇ ਨਾਲ ਉਹਦੇ ਕੋਲ ਫਾਈਨੈਂਸ਼ੀਅਲ ਐਬਿਲਿਟੀ ਹੈਗੀ ਉਸ ਟ੍ਰਿਪ ਨੂੰ ਅੰਡਰਟੇਕ ਕਰ ਲਈ। ਸੋ ਜੇ ਤਿੰਨੇ ਕ੍ਰਾਈਟੇਰੀਆ ਪੂਰਾ ਕਰਦਾ ਹੈਗਾ, ਜਿਵੇਂ ਹੁਣ ਇਹਨਾਂ ਨੇ ਆਖਿਆ ਕਿ ਮੈਂ ਵਿਜ਼ਿਟ ਕਰਨਾ, ਤੇ ਉਹਨਾਂ ਰੀਜ਼ਨ ਨਹੀਂ ਦੱਸਿਆ ਕਿ ਕਿਉਂ ਵਿਜ਼ਿਟ ਕਰਨਾ ਆਉਣਾ ਚਾਹੁੰਦੇ ਆ ਉਹ ਕੈਨੇਡਾ ਨੂੰ। ਦੂਜਾ ਕਿ ਉਹਨਾਂ ਦੀ ਫਾਈਨੈਂਸ਼ੀਅਲ ਐਬਿਲਿਟੀ ਹੈਗੀ ਹੈ। ਜਿਹੜਾ ਫਾਈਨੈਂਸ਼ੀਅਲ ਐਬਿਲਿਟੀ ਹੈ ਉਹਨੂੰ ਟੈਸਟ ਕਰਨ ਦਾ ਜਿਹੜਾ ਕ੍ਰਾਈਟੇਰੀਆ ਹੈਗਾ ਉਹਨੂੰ ਲਾਈਕੋ ਆਖਿਆ ਜਾਂਦਾ, ਲੋ ਇਨਕਮ ਕਟ ਆਫ। ਸੋ ਹਰ ਸਾਲ ਕੈਨੇਡੀਅਨ ਗਵਰਨਮੈਂਟ ਇੱਕ ਗਰੀਬੀ ਰੇਖਾ ਨਿਸ਼ਚਿਤ ਕਰਦੀ ਹੈ ਕਿ ਜੇ ਬੰਦਾ ਇੰਨੇ ਪੈਸੇ ਕਮਾਉਂਦਾ ਤਾਂ ਉਹ ਗਰੀਬੀ ਰੇਖਾ ਤੋਂ ਉੱਤੇ ਜਾਂ ਉਹ ਗਰੀਬੀ ਰੇਖਾ ਤੋਂ ਥੱਲੇ ਹੈ। ਜੋ ਕਰੰਟਲੀ ਉਹ $25,000 ਹੈਗਾ। ਸੋ ਜੇ ਤੁਹਾਡੇ ਕੋਲ $25,000 ਅਵੇਲੇਬਲ ਨੇ, 6 ਮਹੀਨੇ ਤੋਂ ਪੁਰਾਣੇ ਤੁਹਾਡੇ ਬੈਂਕ ਅਕਾਊਂਟ 'ਚ ਨੇ, ਤੁਹਾਡੇ ਕੋਲ ਨੋਟਿਸ ਆਫ ਅਸੈਸਮੈਂਟ ਹੈ ਜਿਹਨੂੰ ਇਨਕਮ ਟੈਕਸ ਡਾਕੂਮੈਂਟ ਇੰਡੀਆ 'ਚ ਕਿਹਾ ਜਾਂਦਾ, ਜਿਹੜਾ ਰਿਫਲੈਕਟ ਕਰਦਾ ਉਹ ਇਨਕਮ ਨੂੰ, ਹਾਂਜੀ ਫਿਰ ਤੁਹਾਡੇ ਫਾਈਨੈਂਸ਼ੀਅਲ ਐਬਿਲਿਟੀ ਹੈਗੀ ਹੈ, ਫਿਰ ਤੁਹਾਨੂੰ ਜ਼ਰੂਰ ਆਉਣ ਦਿੱਤਾ ਜਾਊਗਾ। ਸੋ ਜਿਹੜਾ ਇਹ ਕ੍ਰਾਈਟੇਰੀਆ ਪੂਰਾ ਕਰਦਾ ਉਹਨੂੰ ਜ਼ਰੂਰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਿਹੜਾ ਕ੍ਰਾਈਟੇਰੀਆ ਨਹੀਂ ਪੂਰਾ ਕਰਦਾ ਫਿਰ ਉਹਦਾ ਕੇਸ ਹੈ ਜਿਹੜਾ ਉਹ ਰਿਫਿਊਜ਼ ਕਰ ਦਿੱਤਾ ਜਾਂਦਾ। ਸੋ ਵਿਜ਼ਟਰ ਵੀਜ਼ਾ ਅਪਲਾਈ ਕਰਨ ਵੇਲੇ ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖਣਾ ਤੁਹਾਡਾ ਪਰਪਸ ਆਫ ਵਿਜ਼ਿਟ ਕੀ ਹੈ, ਫਿਰ ਤੁਹਾਡਾ ਤੁਹਾਡੇ ਟਾਈਜ਼ ਕੀ ਨੇ ਹੋਮ ਕੰਟਰੀ ਦੇ ਨਾਲ, ਤੁਸੀਂ ਨੌਕਰੀ ਕਰਦੇ ਹੋ, ਕਾਰੋਬਾਰ ਕਰਦੇ ਹੋ, ਛੁੱਟੀ ਲੈ ਕੇ ਆ ਰਹੇ ਹੋ। ਇਹਦੇ ਨਾਲ ਮੋਸਟ ਇੰਪੋਰਟੈਂਟ ਹੈਗਾ ਫਾਈਨੈਂਸ਼ੀਅਲ ਐਬਿਲਿਟੀ, ਕਿ ਤੁਹਾਡੀ ਫਾਈਨੈਂਸ਼ੀਅਲ ਐਬਿਲਿਟੀ ਹੈਗੀ ਹੈ ਉਸ ਟ੍ਰਿਪ ਨੂੰ ਅੰਡਰਟੇਕ ਕਰਨ ਨੂੰ। ਜੇ ਕ੍ਰਾਈਟੇਰੀਆ ਤਿੰਨੇ ਪੂਰੇ ਕਰਦੇ ਹੋ, ਹਾਂਜੀ ਤੁਹਾਨੂੰ ਜ਼ਰੂਰ ਮਿਲ ਸਕਦਾ ਹੈਗਾ। ਪਰ ਹੁਣ ਦੀ ਸਿਚੁਏਸ਼ਨ ਦੇ ਵਿੱਚੋਂ ਜਿਹੜਾ ਜੇ ਸਿਰਫ ਟੂਰਿਜ਼ਮ ਲਈ ਆ ਰਹੇ ਹੋ ਤਾਂ ਉਹ ਵੈਲਿਡ ਪਰਪਸ ਨਹੀਂ ਹੈਗਾ, ਕਿਉਂਕਿ ਟਰੈਵਲ ਰੈਸਟ੍ਰਿਕਸ਼ਨ ਹੈਗੀਆਂ ਨੇ ਜੀ। ਤੇ ਦੂਜਾ ਜੇ ਤੁਹਾਨੂੰ ਵੀਜ਼ਾ ਵੀ ਮਿਲ ਜਾਂਦਾ, ਜਦੋਂ ਤੱਕ ਟਰੈਵਲ ਰੈਸਟ੍ਰਿਕਸ਼ਨ ਨਹੀਂ ਹਟਦੀਆਂ ਤਾਂ ਨਾਨ ਡਿਸਕ੍ਰਿਸ਼ਨਰੀ ਟਰੈਵਲ ਨੂੰ ਹਾਲੇ ਅਲਾਉ ਨਹੀਂ ਕੀਤਾ ਜਾ ਰਿਹਾ ਜੀ। ਜੋ ਅਸੀਂ ਗੱਲ ਕਰੀ ਸੀ ਵਰਕ ਪਰਮਿਟ ਹੋਲਡਰ ਸੀ, ਤੁਸੀਂ ਕਿਹਾ ਸੀਗਾ ਕਿ ਅਪੀਲ, ਹਾਂਜੀ ਜ਼ਰੂਰ। ਸੋ ਜਿਹੜਾ ਜੇ ਰਿਮੂਵਲ ਆਰਡਰ ਉਦੋਂ ਨੂੰ ਹੋ ਜਾਂਦਾ, ਤੁਸੀਂ ਕੰਟਰੀ ਤੋਂ ਬਾਹਰ ਜਾਂਦੇ ਹੋ ਤਾਂ ਤੁਸੀਂ ਬਿਨਾਂ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਤੋਂ ਵਾਪਸ ਨਹੀਂ ਆ ਸਕਦੇ। ਸਾਲ 2008 ਤੋਂ ਬਾਅਦ ਇਹ ਓਨਸ ਹੈ ਜਿਹੜਾ ਇਹ ਇੰਡੀਵਿਜੂਅਲ ਤੇ ਕਰ ਦਿੱਤਾ ਗਿਆ ਕਿ ਉਹ ਪ੍ਰੂਵ ਕਰੇ ਉਹਨੂੰ ਵਾਪਸ ਕਿਉਂ ਆਉਣ ਦਿੱਤਾ ਜਾਵੇ। ਜੇ ਉਹਨੇ ਪਹਿਲਾਂ ਹੀ ਕਾਨੂੰਨ ਦੀ ਕੋਈ ਉਲੰਘਣਾ ਕੀਤੀ ਹੈ ਤਾਂ ਹੁਣ ਨਹੀਂ ਕਰੂਗਾ। ਇਸ ਨੂੰ ਉਹਨੇ ਕਿਵੇਂ ਸੈਟੀਸਫਾਈ ਕਰਨਾ, ਕਿਵੇਂ ਪ੍ਰੂਵ ਕਰਨਾ ਹੈਗਾ। ਸੋ ਟੈਕਨੀਕਲੀ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜੇ ਤੁਹਾਡਾ ਇੱਥੇ ਕੋਈ ਪਰਿਵਾਰ ਨਹੀਂ ਹੈਗਾ, ਤੁਹਾਡਾ ਇੱਥੇ ਕੋਈ ਰੀਜ਼ਨੇਬਲ ਪਰਪਸ ਨਹੀਂ ਹੈਗਾ, ਤਾਂ ਤੁਹਾਡੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਿਹੜਾ ਵਾਪਸ ਆਉਣਾ। ਤੇ ਦੂਜਾ, ਜੇ ਕਈ ਲੋਕ ਸੋਚਦੇ ਆ ਕਿ ਮੈਂ ਹੁਣ ਕਰਤਾ, ਮੈਨੂੰ ਕਹਾ ਮੇਰੇ ਬੱਚੇ ਅਪਲਾਈ ਕਰ ਲੈਣਗੇ, ਉਹ ਤਾਂ ਵੀ ਤੁਸੀਂ ਬਿਨਾਂ ARC ਦੇ ਵਾਪਸ ਨਹੀਂ ਆ ਸਕਦੇ ਜੇ ਰਿਮੂਵ ਤੁਹਾਨੂੰ ਕੀਤਾ ਗਿਆ। ਇੱਕ ਲਾਸਟ ਕਾਲ ਅਸੀਂ ਲੈ ਰਹੇ ਹਾਂ ਇਸ ਵਕਤ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਗੁਰਪ੍ਰੀਤ ਸਿੰਘ ਜੀ ਖਿਆਲ ਨਾਲ ਸਵਾਲ ਸੀਗਾ ਕਿ ਉਹ ਸੀਗਾ ਕਿ ਮੇਰੀ ਸਿਸਟਰ ਦਾ ਜਿੱਦਾਂ PR ਲਈ ਫਾਈਲ ਲਗਾਈ ਹੋਈ ਹੈ ਉਹ 100% ਪ੍ਰੋਸੀਡ ਹੋਈ ਗਿਆ, ਪਰ ਕੋਈ ਅੱਗੇ ਇਨਫੋਰਮੇਸ਼ਨ ਦਾ ਨਹੀਂ ਪਤਾ ਜਿੱਦਾਂ ਉਹਨਾਂ ਦੀ ਜੀ ਹਾਂਜੀ ਸਵਾਲ ਉਹਦੇ ਕੀ ਹੈ ਬਾਰੇ ਤੁਹਾਡਾ? ਓਕੇ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅੱਗੇ ਕਿਵੇਂ ਪਤਾ ਕੀਤਾ ਜਾ ਸਕਦਾ ਜੀ ਉਹਦੇ ਬਾਰੇ? ਹਾਂਜੀ ਹਾਂਜੀ ਹਾਂ, ਜ਼ਰੂਰ ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ। ਇਹਦੇ ਲਈ ਜਿਹੜਾ ਕਾਨੂੰਨ ਹੈ ਜੀ ਉਹ ATIP ਹੈਗਾ, ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ। ਉਹਦੇ ਥੱਲੇ ਪਟੀਸ਼ਨ ਕੀਤੀ ਜਾ ਸਕਦੀ ਹੈ ਤੇ ਉਹ ਪੂਰੀ ਫਾਈਲ ਦੀ ਜਿਹੜੀ ਜਾਣਕਾਰੀ ਆਫਿਸਰ ਦੇ ਨੋਟ ਜਾਂ ਉਹਦੇ ਉੱਤੇ ਕੋਈ ਪ੍ਰੋਬਲਮ ਜੇ ਚੱਲ ਰਹੀ ਹੈ ਉਹਦੀ ਪੂਰੀ ਜਾਣਕਾਰੀ ਮਿਲ ਸਕਦੀ ਹੈਗੀ ਹੈ। ਸੋ ਜਦੋਂ ਤੱਕ ਉਹ ਜਾਣਕਾਰੀ ਨਹੀਂ ਆਉਂਦੀ ਉਹਨਾਂ ਚਿਰ ਕਹਿਣਾ ਮੁਸ਼ਕਲ ਹੁੰਦਾ। ਤੇ ਆਮ ਤੌਰ ਤੇ ਜੇ 100% ਕੰਪਲੀਟ ਹੋਈ ਹੈ ਤਾਂ ਮੈਜੋਰਿਟੀ ਕਿਤੇ ਨਾ ਕਿਤੇ ਸਿਕਿਉਰਿਟੀ ਕਲੀਅਰੈਂਸ ਦੇ ਵਿੱਚ ਇਸ਼ੂ ਹੁੰਦਾ ਜੀ, ਕਿਉਂਕਿ ਬਹੁਤ ਕਾਮਨ ਨੇਮਸ ਤੇ ਕਾਮਨ ਡੇਟ ਆਫ ਬਰਥ ਹੋ ਜਾਂਦੀਆਂ ਨੇ। ਕਿਉਂਕਿ ਖਾਸ ਕਰਕੇ ਜੇ ਸਿੰਘ ਕੌਰ ਨੇਮ ਹੈਗਾ ਤਾਂ ਉਹ ਇੱਕੋ ਤਰੀਕ ਨੂੰ ਸਿੰਘ ਕੌਰ ਹੈ ਜਿਹੜੇ ਉਹ ਪੈਦਾ ਹੋਏ ਹੋ ਸਕਦੇ ਨੇ ਜੀ। ਉਹ ਤੁਹਾਡਾ ਨਾਮ ਕਿਸੇ ਨਾਲ ਮਿਲ ਸਕਦਾ ਹੈ ਤੇ ਫਿਰ ਉਹ ਜਿੰਨਾ ਚਿਰ ਉਹਦੀ ਸਿਕਿਉਰਿਟੀ ਕਲੀਅਰੈਂਸ ਨਹੀਂ ਹੁੰਦਾ ਉਹਨਾਂ ਚਿਰ ਉਹ ਮਾਮਲਾ ਅੱਗੇ ਲਟਕਦਾ ਰਹਿੰਦਾ ਹੈਗਾ। ਜਾਂ ਜੇ ਕੋਈ ਡਿਪੈਂਡੈਂਟ ਹੈਗਾ ਤੇ ਉਹਦੇ ਉੱਤੇ ਕੋਈ ਇਸ਼ੂ ਹੈ ਉਹ ਵੀ ਤੁਹਾਨੂੰ ਡਿਲੇ ਹੈ ਜਿਹੜਾ ਉਹ ਕਰ ਸਕਦਾ ਹੈਗਾ। ਪਰ ਕਰੰਟਲੀ ਹਾਲੇ ਜਿਹੜੀ ਪ੍ਰੋਸੈਸਿੰਗ ਹੈ ਉਹ ਵੈਸੇ ਵੀ ਸਲੋ ਡਾਊਨ ਹੈਗੀ ਹੈ ਜੀ। ਪਰ ਜੇ ਆਲਰੇਡੀ ਤੁਸੀਂ ਕਹਿ ਰਹੇ ਹੋ ਕਿ 100% ਕੰਪਲੀਟ ਹੈ ਤਾਂ ਫਿਰ ਕੋਈ ਨਾ ਕੋਈ ਸਿਕਿਉਰਿਟੀ ਕਲੀਅਰੈਂਸ ਦੇ ਵਿੱਚ ਇਸ਼ੂ ਹੈ, ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ ਜੀ। ਅੱਗੇ ਅਸੀਂ ਤੁਹਾਡੀ ਮਦਦ ਤੋਂ ਬਾਅਦ ਕਰ ਸਕਾਂਗੇ। ਜੀ
ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਲੈਰਿਟੀ ਲੈਣ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਅਕਨੋਲਜਮੈਂਟ ਲੈਟਰ ਆ ਗਿਆ ਸੀ ਕਿ ਨਹੀਂ ਆ ਗਿਆ ਸੀਗਾ। ਤੋ ਜੇ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਇਹਦਾ ਮਤਲਬ ਸ਼ਾਇਦ ਉਹਨਾਂ ਦੀ ਐਪਲੀਕੇਸ਼ਨ ਨਹੀਂ ਹੈਗੀ ਹੈ। ਤੋ ਜੇ ਉਹਨਾਂ ਨੇ ਆਨਲਾਈਨ ਐਪਲੀਕੇਸ਼ਨ ਕੀਤੀ ਸੀਗੀ ਤਾਂ ਉਹਨਾਂ ਨੂੰ ਜਿਹੜਾ ਅਕਨੋਲਜਮੈਂਟ ਹੈ ਉਹ ਬਿਲਕੁਲ ਉਸੇ ਵਕਤ ਆ ਗਿਆ ਹੋਣਾ। ਜੇ ਉਹਨਾਂ ਨੇ ਪੇਪਰ ਐਪਲੀਕੇਸ਼ਨ ਕੀਤੀ ਸੀ ਤਾਂ ਉਹਦੀ ਜਿਹੜੀ ਡਾਕ ਵਾਲੀ ਕੰਪਨੀ ਹੈਗੀ ਹੈ ਜਿੱਥੇ ਉਹਨਾਂ ਨੇ ਭੇਜਿਆ ਹੈਗਾ ਤਾਂ ਮੇਕ ਸ਼ੋਰ ਕਰਨ ਕਿ ਅਰਜ਼ੀ ਉੱਥੇ ਪਹੁੰਚੀ ਹੈਗੀ ਹੈ। ਤੇ ਦੂਜਾ ਜੇ ਉਹਨਾਂ ਨੇ ਅਪਰੋਚ ਕੀਤਾ ਹੈ ਤੇ ਹਾਲੇ ਜਿਹੜੀਆਂ ਐਪਲੀਕੇਸ਼ਨ ਫੈਬਰਵਰੀ ਮਾਰਚ ਵਾਲੀਆਂ ਪ੍ਰੋਸੈਸ ਹੋ ਰਹੀਆਂ ਨੇ ਐਂਡ ਇਹਦੇ ਨਾਲ ਨਾਲ ਜੇ ਉਹਨਾਂ ਨੇ ਇਸੇ ਸਕੂਲ ਪੜ੍ਹਨ ਲਈ ਐਕਸਟੈਂਸ਼ਨ ਅਪਲਾਈ ਕੀਤਾ ਸੀ ਜਿਹੜੀਆਂ 8 ਤਰੀਕ ਨੂੰ ਉਹਨਾਂ ਦੀਆਂ ਕਲਾਸਿਸ ਸ਼ੁਰੂ ਹੋ ਰਹੀਆਂ ਨੇ ਇਹੀ ਲੈਟਰ ਸੀਗਾ ਇਹੀ ਫੀਸ ਜਮ੍ਹਾਂ ਕਰਾਈ ਹੋਈ ਸੀ ਤਾਂ ਬਿਲਕੁਲ ਪੜ੍ਹਨ ਜਾ ਸਕਦੇ ਨੇ ਕਿਉਂਕਿ EMPLOYMENT ਸਟੇਟਸ ਦੇ ਉੱਤੇ ਨੇ। ਪਰ ਜੇ ਉਹਨਾਂ ਨੇ ਕੋਈ ਹੋਰ ਐਡਮਿਸ਼ਨ ਲੈ ਕੇ ਕਿਤੇ ਹੋਰ ਫੀਸ ਜਮ੍ਹਾਂ ਕਰਾ ਕੇ ਤੇ ਅਰਜ਼ੀ ਕੀਤੀ ਸੀ ਤੇ ਫਿਰ ਉਹ ਨਹੀਂ ਐਲੀਜੀਬਲ ਕਿਉਂਕਿ ਉਹਦੀ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ ਹੈ। ਬਿਲਕੁਲ ਜੀ, ਤੇ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਸਰ। ਜਿਹੜਾ ਇਸ ਵਕਤ ਅਸੀਂ ਵਰਕ ਵੀਜ਼ਾ ਨੂੰ ਲੈ ਕੇ ਗੱਲਬਾਤ ਕਰ ਰਹੇ ਸਰ, ਇੱਕ ਕਾਲਰ ਸਾਨੂੰ ਲਗਾਤਾਰ ਫੋਨ ਕਰ ਰਿਹਾ, ਆਪਾਂ ਲਾਸਟ ਕਾਲਰ ਟੈਕ ਕਰ ਸਕਦੇ ਹਾਂ। ਜ਼ਰੂਰ ਜੀ ਬਿਲਕੁਲ, ਇੱਕ ਕਾਲਰ ਸਾਡੇ ਨਾਲ ਲਗਾਤਾਰ ਫੋਨ ਕਰ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਜੀ ਸਰ, ਦੱਸੋ ਕੀ ਸਵਾਲ ਹੈ? ਜੀ ਹਾਂਜੀ, ਜਿਵੇਂ ਮੈਂ ਸਾਰੇ ਪ੍ਰੋਗਰਾਮ ਦੌਰਾਨ ਇਹੀ ਗੱਲ ਕੀਤੀ ਸੀਗੀ ਜੀ ਕਿ ਹਾਂਜੀ ਤੁਸੀਂ ਅਰਜ਼ੀ ਕਰ ਸਕਦੇ ਹੋ ਪਰ ਕੀ ਤੁਸੀਂ ਰਿਕੁਆਇਰਮੈਂਟ ਪੂਰੀਆਂ ਕਰਦੇ ਹੋ ਵਰਕ ਪਰਮਿਟ ਲਈ, ਉਹ ਮੋਰ ਇੰਪੋਰਟੈਂਟ ਹੈਗਾ। ਜੀ ਬਿਲਕੁਲ, ਤੁਸੀਂ ਪ੍ਰੋਗਰਾਮ ਦੇ ਵਿੱਚ ਦੇਖ ਸਕਦੇ ਹੋ, ਅਸੀਂ ਇਹਦੇ ਵਿੱਚ ਸਾਰਾ ਡਿਸਕਸ ਕੀਤਾ ਹੈ। ਤੁਸੀਂ ਪ੍ਰੋਗਰਾਮ ਨੂੰ YouTube ਜਾਂ Facebook ਦੇ ਉੱਤੇ ਦੇਖ ਸਕਦੇ ਹੋ। ਥੈਂਕ ਯੂ ਸੋ ਤੁਸੀਂ ਮਚ। ਸਾਡੇ ਆਫਿਸ ਕਾਲ ਕਰ ਲਿਓ ਜੀ, ਤੁਹਾਡੇ ਨਾਲ ਡਿਟੇਲ ਡਿਸਕਸ਼ਨ ਕਰਨ ਤੋਂ ਬਾਅਦ ਇਹ ਸਾਰੀ ਗੱਲ ਦੱਸ ਸਕਦੇ ਜਿਹੜੇ ਸਾਡੇ ਆਫਿਸ ਦੇ ਨੰਬਰ ਨੇ ਸਕਰੀਨ ਤੇ ਆ ਰਹੇ ਹੈ। ਜੀ ਬਿਲਕੁਲ, ਤੇ ਇੱਕ ਹੋਰ ਦਰਸ਼ਕ ਇਸ ਵਕਤ ਸਾਡੇ ਨਾਲ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਸਰ, ਦੱਸੋ ਕੀ ਸਵਾਲ ਹੈ? ਜੀ ਜੀ ਹਾਲੇ ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਟਰੈਵਲ ਰੈਸਟ੍ਰਿਕਸ਼ਨਸ ਪਹਿਲਾਂ 31 ਅਗਸਤ ਨੂੰ ਖਤਮ ਹੋਣੀਆਂ ਸੀ, ਉਹਨਾਂ ਨੂੰ ਵਧਾ ਕੇ 29 ਸਤੰਬਰ ਤੱਕ ਕਰ ਦਿੱਤਾ ਗਿਆ ਸੀ। ਸੋ ਜਦੋਂ ਤੱਕ ਟਰੈਵਲ ਰੈਸਟ੍ਰਿਕਸ਼ਨਸ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਨਾਨ ਡਿਸਕ੍ਰਿਸ਼ਨਰੀ ਟਰੈਵਲ ਹੈ ਜਿਹੜਾ ਉਹ ਅਲਾਉ ਨਹੀਂ ਹੋਊਗਾ। ਸੋ ਇੰਤਜ਼ਾਰ ਕਰੋ ਜੀ ਕਦੋਂ ਸਰਕਾਰ ਖੋਲਦੀ। ਬਿਲਕੁਲ ਜੀ ਸਰ, ਮੇਰਾ ਲਾਸਟ ਕੁਐਸਚਨ ਆਉਂਦਾ ਇਸ ਵਕਤ ਵਿਜ਼ਟਰ ਵੀਜ਼ਾ ਤੇ ਜਿਨ੍ਹਾਂ ਨੇ ਵਰਕ ਪਰਮਿਟ ਲਈ ਅਪਲਾਈ ਕਰਨਾ ਹੈ ਜਾਂ ਇਸ ਵਕਤ ਕੀਤਾ ਹੋਇਆ ਅਪੀਲ ਦੀ ਤਾਂ ਆਪਾਂ ਗੱਲ ਕਰਨੀ ਹੈ ਕਿ ਇਸ ਬੇਸ ਦੇ ਉੱਤੇ ਜਿਹੜਾ ਹੁਣ ਇਹਨਾਂ ਨੂੰ ਵਰਕ ਪਰਮਿਟ ਮਿਲੇਗਾ ਪੀਆਰ ਵੀ ਅਪਲਾਈ ਕਰ ਸਕਦੇ ਨੇ? ਹਾਂਜੀ, ਉਹ ਡਿਪੈਂਡ ਕਰੂਗਾ ਕਰਨ ਉਹਨਾਂ ਨੂੰ ਜੇ ਤਾਂ ਜੌਬ ਉਹਨਾਂ ਦੀ ਹਾਇਰ ਸਕਿੱਲ ਦੇ ਵਿੱਚ ਹੈ ਫਿਰ ਤਾਂ ਉਹ 1 ਸਾਲ ਕੰਮ ਕਰਨ ਤੋਂ ਬਾਅਦ ਕੈਨੇਡੀਅਨ ਐਕਸਪੀਰੀਅੰਸ ਕਰ ਸਕਦੇ ਆ। ਜੇ ਉਹਨਾਂ ਦੀ ਲੋ ਸਕਿੱਲ ਜੌਬ ਹੈ ਤਾਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਥਰੂ ਅਪਲਾਈ ਕਰ ਸਕਦੇ ਨੇ ਤੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਿੱਚੋਂ ਇਹੋ ਜਿਹੀਆਂ ਬਹੁਤ ਸਾਰੀਆਂ ਜੌਬਸ ਹੈਗੀਆਂ ਜਿਹੜੀਆਂ ਲੋ ਸਕਿੱਲ ਹੈਗੀਆਂ ਨੇ ਪਰ ਅਲਾਓ ਕਰਦੀਆਂ ਨੇ ਤੁਹਾਨੂੰ ਇਮੀਗ੍ਰੇਸ਼ਨ ਲੈਣ ਨੂੰ। ਜਿਵੇਂ ਪ੍ਰਿੰਸ ਐਡਵਰਡ ਆਈਲੈਂਡ ਦਾ ਪ੍ਰੋਗਰਾਮ ਹੈ ਜੀ, ਜੇ ਤੁਸੀਂ ਉੱਥੇ ਫਾਰਮ ਵਰਕਰ ਦੇ ਤੌਰ ਤੇ 6 ਮਹੀਨੇ ਕੰਮ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਨੋਮੀਨੇਸ਼ਨ ਲਈ ਅਪਲਾਈ ਕਰ ਸਕਦੇ ਹੈਗੇ ਹੋ। ਤੇ ਸਾਨੂੰ ਬਹੁਤ ਸਾਰੇ EMPLOYER ਨੇ ਜਿਹੜੇ PEI ਚੋਂ ਕੰਟੈਕਟ ਕਰਦੇ ਰਹਿੰਦੇ ਆ ਜੀ ਕਿ ਉਹਨਾਂ ਨੂੰ ਫਾਰਮ ਵਰਕਰ ਦੀ ਜ਼ਰੂਰਤ ਹੁੰਦੀ ਹੈ। ਜੇ ਕੋਈ ਵਿਜ਼ਿਟਰ ਆਇਆ ਹੈਗਾ ਤੇ ਉਹ ਚਾਹੁੰਦਾ ਹੈਗਾ ਕਿ ਉਹ ਵਰਕ ਪਰਮਿਟ ਲੈ ਕੇ ਫਾਰਮ ਵਰਕਰ ਦੇ ਤੌਰ ਤੇ ਕੰਮ ਕਰਕੇ ਅੱਗੇ ਇਮੀਗ੍ਰੇਸ਼ਨ ਲਵੇ, ਉਹ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਆ। ਬਿਲਕੁਲ ਸਰ, ਇਸ ਵਕਤ ਚਾਹੇ ਉਹ ਵਰਕ ਵੀਜ਼ਾ ਨੂੰ ਲੈ ਕੇ ਹੋਵੇ ਚਾਹੇ ਉਹ ਸਟੂਡੈਂਟਸ ਇਸ ਵਕਤ ਆਣੇ ਹੋਣ, ਰਿਫਿਊਜ਼ਲ ਰੇਟਸ ਬਹੁਤ ਜ਼ਿਆਦਾ ਇਸ ਵਕਤ ਅਸੀਂ ਦੇਖ ਰਹੇ ਹਾਂ ਵਾਪਸ ਹੋਣੇ ਜਾ ਰਹੇ ਨੇ ਰਿਪੋਰਟ ਤੋਂ। ਅਜਿਹੇ ਕੇਸਿਸ ਵਿੱਚ ਕੀ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਜਿਹਨਾਂ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ? ਬਿਲਕੁਲ ਕਰਨ, ਪਰ ਕਈ ਵਾਰੀ ਉਹ ਇਦਾਂ ਮੁਸ਼ਕਲ ਸਥਿਤੀ ਹੁੰਦੀ ਹੈ ਕਿ ਉਹ 에ਅਰਪੋਰਟ ਤੋਂ ਜਦੋਂ ਰੋਕਿਆ ਜਾਂਦਾ ਉਸ ਵੇਲੇ ਉਹ ਫੋਨ ਕਰਦੇ ਆ ਜੀ। ਜੇ ਉਹ ਈਵਨਿੰਗ ਟਾਈਮ ਹੈ ਜਾਂ ਵੀਕਐਂਡ ਹੈਗਾ ਤਾਂ ਫਿਰ ਉਹ ਅਵੇਲੇਬਲ ਨਹੀਂ ਹੋਇਆ ਜਾ ਸਕਦਾ। ਇਹਦੇ ਲਈ ਸਭ ਤੋਂ ਵਧੀਆ ਆਪਸ਼ਨ ਹੈਗੀ ਹੈ ਕਿ ਜਦੋਂ ਤੁਸੀਂ ਆਉਣਾ ਹੈਗਾ ਕੈਨੇਡਾ ਪਹੁੰਚਣਾ ਉਸ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਹੈ ਜਿਹੜਾ ਕਰੋ ਤੇ ਸਾਨੂੰ ਪਤਾ ਹੋਵੇ ਤੁਸੀਂ ਕਿਹੜੀ ਫਲਾਈਟ 'ਚ ਆ ਰਹੇ ਹੋ ਤੇ ਤੁਹਾਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਹਾਡੇ ਲਈ ਤੁਹਾਡੀ ਸਲਾਹ ਮਸ਼ਵਰੇ ਲਈ ਕੋਈ ਨਾ ਕੋਈ ਅਵੇਲੇਬਲ ਹੋਵੇ। ਪਰ ਜੇ ਉਹ ਆ ਕੇ ਫੋਨ ਕਰਦੇ ਆ ਜੀ ਤੇ ਉਹ ਵੀਕਐਂਡ ਹੁੰਦਾ ਤੇ ਫਿਰ ਕੋਈ ਮੁਸ਼ਕਲ ਹੁੰਦੀ ਹੈ ਉਹਨਾਂ ਨੂੰ ਮਦਦ ਕਰਨ ਲਈ। ਕਈ ਵਾਰੀ ਉਹਨਾਂ ਦੇ ਇੱਥੇ ਦੋਸਤ ਮਿੱਤਰ ਰਿਸ਼ਤੇਦਾਰ ਹੁੰਦੇ ਆ ਜੀ ਤੇ ਉਹ ਪਹਿਲਾਂ ਹੀ ਸਾਡੇ ਨਾਲ ਆ ਕੇ ਗੱਲਬਾਤ ਕਰਦੇ ਆ ਕਿ ਸਾਡਾ ਇੰਡੀਵਿਜੂਅਲ ਆ ਰਿਹਾ ਹੈ, ਇਹਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਜੋ ਉਹਨਾਂ ਰਿਟੇਨ ਕਰਿਆ ਹੁੰਦਾ ਕੋਈ ਨਾ ਕੋਈ ਅਵੇਲੇਬਲ ਹੁੰਦਾ ਜੀ। ਬਿਲਕੁਲ ਜੀ, ਤੇ ਇਸ ਵਕਤ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ? ਅਗੇਨ ਜਿਵੇਂ ਆਪਾਂ ਅੱਜ ਸਾਰੇ ਪ੍ਰੋਗਰਾਮ ਦੌਰਾਨ ਗੱਲ ਕੀਤੀ ਹੈ ਜੀ ਕਿ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਅੱਗੇ ਕਾਰਵਾਈ ਕੋਈ ਨਾ ਕੋਈ ਕੀਤੀ ਜਾਵੇ ਕਿਉਂਕਿ ਇਹ ਬਹੁਤ